ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਦਾੜਾ ਹੈ ਜਿਹੜਾ ਉਹ ਇੱਕ ਗੁਰੂ ਸਾਹਿਬਾਨ ਦੀ ਤਸਵੀਰ ਹੈ। ਦਾੜਾ ਹੈ ਜਿਹੜਾ ਉਹ ਕਿਸੇ ਹੋਰ ਦੇ ਪੈਰਾਂ ਦੇ ਨਾਲ ਲਾਇਆ ਜਾ ਰਿਹਾ। ਚਰਨ ਧੂੜ ਮੁਖ ਲਾਈ ਵੀ ਕੇਸਾਂ ਦਾ ਮੈਂ ਚੌਰ ਤੇ ਤੁਹਾਡੇ ਇਹ ਵਾਹਿਗੁਰੂ ਜਿਹੜਾ ਮੈਨੂੰ ਪਰਮਾਤਮਾ ਨਾਲ ਮਿਲਾਵੇ, ਮੈਂ ਉਹਦਾ ਆਪਣੇ ਕੇਸਾਂ ਨਾਲ ਉਹਦਾ ਚੌਰ ਚਲਾਵਾਂ। ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਅਸੀਂ ਹੁਣ ਸ੍ਰੀ ਚੰਦ ਨੂੰ ਉੱਪਰ ਚੜਾਉਣ ਲਈ ਅਸੀਂ ਉਸ ਕਿਸਮ ਦੀਆਂ ਫੋਟੋਆਂ ਪਪੂਲਰ ਕਰੀਏ। ਸੋ ਉਹ ਵੀ ਇੱਕ ਠੀਕ ਨਹੀਂ ਹੈ ਢੰਗ ਤਰੀਕਾ। ਜਿੰਨਾ ਬਿਨ ਸਿਰ ਸੇਵ ਕਰੀਜੇ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਿੰਦੇ ਮੈਨੂੰ ਜੇ ਕੋਈ ਬੰਦਾ ਮੈਨੂੰ ਕੋਈ ਪਰਮਾਤਮਾ ਦੇ ਮਾਰਗ ਦੇ ਉੱਤੇ ਪਾਵੇ ਤੇ ਮੈਂ ਆਪਣਾ ਸਿਰ ਵੱਢ ਕੇ ਉਹਨੂੰ ਬੈਠਣ ਲਈ ਥਾਂ ਦੇਵਾਂ। ਹੁਣ ਜੇ ਤੁਸੀਂ ਉੱਥੇ ਇੱਕ ਫੋਟੋ ਜੀ ਏਦਾਂ ਦੀ ਬਣਾ ਦਿਓ ਕਿ ਗੁਰੂ ਨਾਨਕ ਦੇਵ ਜੀ ਸਿਰ ਕੱਟ ਕੇ ਕਿਸੇ ਨੂੰ ਬਿਠਾ ਰਹੇ ਨੇ, ਤੇ ਇਸ ਨੂੰ ਨਰਾਦਰ ਵੀ ਸਮਝ ਸਕਦੇ ਆ ਕਿਉਂਕਿ ਜਿਹੜੀ ਤਸਵੀਰ ਦੇ ਵਿੱਚ ਸਾਹਮਣੇ ਡਿਪਿਕਸ਼ਨ ਕੀਤੀ ਗਈ ਆ ਉਹ ਇਦਾਂ ਵੀ ਲੱਗ ਰਿਹਾ ਹੈ ਕਿ ਕੋਈ ਹਿੰਦੂ ਚਿਹਰਾ ਤਾਂ ਕਿ ਸ੍ਰੀ ਚੰਦ ਸਾਡੇ ਮੇਨ ਸਟ੍ਰੀਮ ਦਾ ਹਿੱਸਾ ਨਹੀਂ ਹੈਗੇ। ਸ੍ਰੀ ਚੰਦ ਹੁਣਾਂ ਨੇ ਆਪਣਾ ਇੱਕ ਮਾਰਗ ਚਲਾਇਆ ਸੀ ਜਿਸ ਨੂੰ ਰਿਸਪੈਕਟ ਦਿੱਤੀ ਗਈ ਗੁਰੂ ਸਾਹਿਬਾਨ ਵੱਲੋਂ, ਪਰ ਜਿਹੜਾ ਸਿੱਖੀ ਦਾ ਮਾਰਗ ਉਹ ਵੱਖਰਾ ਹੈ। ਸਿੱਖੀ ਦੇ ਮਾਰਗ ਦੇ ਵਿੱਚ ਕੀ ਪੰਥਕ ਧਿਰ ਦੀ ਹੋਂਦ ਪੰਜਾਬ ਯੂਨੀਵਰਸਿਟੀ ਦੇ ਵਿੱਚ ਲੋਕਾਂ ਨੂੰ ਰੜਕ ਰਹੀ ਹੈ ਤੇ ਕਿਉਂ ਰੜਕ ਰਹੀ ਹੈ? ਉੱਥੇ ਪੰਥਕ ਧਿਰ ਕਿਉਂ ਨਹੀਂ ਹੋ ਸਕਦੀ? ਜਿਹੜਾ ਸੱਥ ਇੱਕ ਗਰੁੱਪ ਹੈ ਉਹ ਸਿੱਖਾਂ ਦੀਆਂ ਉਹਨਾਂ ਭਾਵਨਾਵਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਜਿਹੜਾ ਕਿ ਫੋਟੋ ਲਾ ਕੇ ਕੈਂਪੇਨ ਚਲਾਇਆ, ਜਿੱਤ ਹਾਸਲ ਕੀਤੀ, ਤਾਂ ਹੀ ਅੱਜ ਆਪਾਂ ਵੀ ਇੱਥੇ ਉਹਨਾਂ ਦੀ ਗੱਲ ਕਰ ਰਹੇ ਹਾਂ, ਤਾਂ ਹੀ ਅੱਜ ਆਪਾਂ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਗੱਲ ਕਰ ਰਹੇ ਹਾਂ। ਤੇ ਸ਼ਾਇਦ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹੋਰ ਵੀ ਨੌਜਵਾਨਾਂ ਨੂੰ ਪਤਾ ਲੱਗੇ ਜਿਹੜੀ ਦੁਖੀ ਧਿਰ ਹੁੰਦੀ ਹੈ ਉਹਨੂੰ ਇੱਕ ਸਤਿਕਾਰ ਵਾਲੀ ਥਾਂ ਸਮਾਜ ਦੇ ਵਿੱਚ ਮਿਲਦੀ ਹੈ ਤੇ ਸਮਾਜ ਸਗੋਂ ਮਜ਼ਬੂਤ ਬਣਦਾ ਹੈ। ਯਾਨੀ ਕਿ ਸਿੱਖੀ ਦੇ ਵਿੱਚ ਜਾਤ ਪਾਤ ਦਾ ਖੰਡਨ ਹੋਇਆ, ਪਰ ਜਿਵੇਂ ਜਿਵੇਂ ਗੱਦੀ ਤੋੜੀ ਗਈ ਉਹ ਕਿਤੇ ਨਾ ਕਿਤੇ ਉੱਥੋਂ ਤੱਕ ਹੀ ਸੀਮਿਤ ਰਹਿ ਗਈ। ਉੱਥੋਂ ਕਿਉਂ ਨਹੀਂ ਜਾਤਾਂ ਦੇ ਵਿੱਚੋਂ ਬਾਹਰ ਜਾਇਆ ਗਿਆ? ਤੁਸੀਂ ਉਸ ਵੇਲੇ ਦੇ ਹਾਲਾਤ ਦੇਖੋ। ਗੁਰੂ ਗੋਬਿੰਦ ਸਿੰਘ ਉਹਨਾਂ ਕੋਲ ਨੰਦੇੜ ਸਾਹਿਬ ਦੇ ਵਿੱਚ ਉਹਨਾਂ ਕੋਲ ਬੀੜ ਹੀ ਹੈ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ, ਤਾਂ ਇਹ ਇੱਕ ਬਹੁਤ ਵੱਡਾ ਹਾਰਡ ਜਿਹੜੀ ਆਰਗੂਮੈਂਟ ਆ, ਇਹਨੂੰ ਕਿਵੇਂ ਦੇਖਦੇ ਹੋ? ਕੀ ਨੰਦੇੜ ਦੇ ਵਿੱਚ ਜਾ ਕੇ ਗੁਰੂ ਸਾਹਿਬ ਨਹੀਂ ਉੱਥੇ ਤਾਂ ਕਿੰਨੇ ਦਿਨ ਰਹੇ ਨੇ, ਉੱਥੇ ਤਾਂ ਕਿੰਨੇ ਮਹੀਨੇ ਰਹੇ ਨੇ, ਤੇ ਉੱਥੇ ਨਹੀਂ ਜਾ ਕੇ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਦੁਬਾਰਾ ਲਿਖਵਾ ਲਿਆ ਹੋਏਗਾ? ਤਾਂ ਇਹ ਊਟ ਪਟਾਂਗ ਜੀਆਂ ਗੱਲਾਂ ਨੇ ਕਿ ਜੀ ਬੀੜ ਸੀ ਨਹੀਂ, ਤੇ ਡਜ਼ਨਟ ਮੈਟਰ ਬੀੜ ਸੀ ਕਿ ਨਹੀਂ ਸੀ ਬੀੜ। ਕਿਉਂ ਬਾਹਰ ਕਿੱਥੇ ਆ? ਇਹ ਇੱਕ ਅੰਗ ਲਿਖਿਆ ਹੋਇਆ, ਇੱਕ ਅੰਗ, ਤਾਂ ਇਸ ਪਰਿਭਾਸ਼ਾ ਦੇ ਵਿੱਚ ਤੁਹਾਨੂੰ ਕਿੰਨੀ ਕੁ ਸੱਚਾਈ ਲੱਗਦੀ ਹੈ? ਇੱਕ ਅੰਗ ਵੀ ਕਿੱਥੇ ਲਿਖਿਆ? ਇੱਕ ਲਿਖਿਆ ਜੀ, ਉੱਥੇ ਤਾਂ ਇੱਕ ਲਿਖਿਆ। ਕਾਦਰ ਇੱਕ ਐਂਟੀਟੀ ਹੈ, ਇੱਕ ਸ਼ਕਤੀ ਹੈ, ਤੇ ਕੁਦਰਤ ਉਹਨੇ ਕੁਦਰਤ ਨੂੰ ਕ੍ਰੀਏਟ ਕੀਤਾ ਤੇ ਫਿਰ ਕੁਦਰਤ ਨੂੰ ਬਣਾ ਕੇ ਉਹਦੇ ਵਿੱਚ ਸਮਾਇਆ ਹੋਇਆ। ਤਾਂ ਜਿਹੜੀ ਲਾਈਨ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਹਾਂਜੀ, ਇਹ ਕਲੀਅਰਲੀ ਗੁਰੂ ਨਾਨਕ ਦੇਵ ਜੀ ਮਹਾਰਾਜ ਡਿਫਾਈਨ ਕਰ ਰਹੇ ਨੇ ਕਿ ਇਹ ਜਿਹੜੀ ਸਾਰੀ ਕੁਦਰਤ ਹੈ। ਭਾਈ ਗੁਰਦਾਸ ਹੋਣਾ ਉੱਤੇ ਤਾਂ ਖੁਦ ਬ੍ਰਾਹਮਣਵਾਦੀ ਪ੍ਰਭਾਵ ਸੀ, ਇਸ ਕਰਕੇ ਉਹਨਾਂ ਦੀਆਂ ਲਿਖਤਾਂ ਨੂੰ ਗੁਰੂ ਸਾਹਿਬਾਨਾਂ ਨੇ ਫਿਰ ਵਿੱਚ ਨਹੀਂ ਪਾਇਆ, ਗੁਰਬਾਣੀ ਦੇ ਐਂ ਨਹੀਂ ਕੀਤਾ। ਬਹੁਤ ਸਾਰੀਆਂ ਗੱਲਾਂ ਇਕਬਾਲ ਸਿੰਘ ਢਿੱਲੋਂ ਨੇ ਆਦਿ ਗ੍ਰੰਥ ਦੇ ਰੂਪ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਮਹਾਰਾਜ ਨੇ ਜਿਹੜਾ ਪ੍ਰਕਾਸ਼ ਕੀਤਾ ਹੈ ਉਸ ਨੂੰ ਲਿਖਾਈ, ਉਸ ਨੂੰ ਲਿਖਾਉਣ ਦਾ ਕੰਮ ਜਿਹੜੀ ਸੇਵਾ ਸੀ ਉਹਨਾਂ ਨੇ ਭਾਈ ਗੁਰਦਾਸ ਜੀ ਤੋਂ ਕਰਵਾਈ ਹੈ। ਇਕਬਾਲ ਸਿੰਘ ਢਿੱਲੋਂ ਕਿ ਉਹ ਤਾਂ ਚਲੋ ਲਿਖਵਾਈ ਉਹਨਾਂ ਤੋਂ, ਪਰ ਉਹ ਖੁਦ ਵੀ ਰਚਨਾ ਕਰਦੇ ਸੀ। ਉਹਨਾਂ ਦੀ ਇੱਕ ਵੀ ਰਚਨਾ ਕਿਉਂ ਨਹੀਂ ਵਿੱਚ ਪਾਈ? ਕਿਉਂਕਿ ਗੁਰੂ ਸਾਹਿਬਾਨ ਨੂੰ ਪਤਾ ਸੀ ਕਿ ਇਹਨਾਂ ਉੱਤੇ ਬ੍ਰਾਹਮਣਵਾਦੀ ਪ੍ਰਭਾਵ ਆ। ਇਹ ਦੇਖੋ ਨਾ, ਹੁਣ ਆਪਣੇ ਕੋਲੋਂ ਹੀ ਉਹਨਾਂ ਨੇ ਡਿਫਾਈਨ ਕਰ ਦਿੱਤਾ, ਇਹ ਕਿੱਥੋਂ ਪਤਾ ਲੱਗ ਗਿਆ ਵੀ ਬ੍ਰਾਹਮਣਵਾਦੀ ਪ੍ਰਭਾਵ ਹੈ? ਉਹ ਕਹਿੰਦੇ ਉਹਨਾਂ ਦੀ ਰਚਨਾਵਾਂ ਪੜ੍ਹੀਆਂ, ਮੈਂ ਸਟੱਡੀ ਕੀਤੀ ਆ ਉਹਨਾਂ ਦੀ ਰਚਨਾਵਾਂ ਦੇ ਵਿੱਚ ਹਰ ਉਹ ਕਰਮ ਕਾਂਡ ਦੀ ਗੱਲ ਹੁੰਦੀ ਹੈ ਜੋ ਕਦੀ ਵੀ ਸਿੱਖੀ ਦੇ ਵਿੱਚ ਬਾਬਾ ਨਾਨਕ ਤਾਂ ਨਹੀਂ ਪਾਉਂਦੇ। ਬਿਲਕੁਲ ਨਹੀਂ ਕਰਮ ਕਾਂਡ ਦੀ ਕੋਈ ਗੱਲ ਕੀਤੀ ਹੋਈ। ਸਾਰੀ ਜਿਹੜੀ ਬਾਣੀ ਹੈ ਭਾਈ ਗੁਰਦਾਸ ਜੀ ਦੀ, ਉਹਨਾਂ ਨੇ ਕਲੀਅਰਲੀ ਜੋ ਗੁਰਬਾਣੀ ਹੈ ਉਸ ਨੂੰ ਖੁੱਲ੍ਹ ਕੇ ਸਮਝਾਇਆ ਤਾਂ ਕਿ ਆਮ ਸਿੱਖਾਂ ਦੇ ਵਿੱਚ ਜਿਹੜੇ ਹਲੇ ਪਹਿਲੀ ਪੌੜੀ ਦੇ ਉੱਤੇ ਚੜ੍ਹ ਰਹੇ ਨੇ ਉਹਨਾਂ ਨੂੰ ਗੱਲ ਸਮਝ ਆ ਸਕੇ ਵੀ ਗੁਰੂ ਕਹਿ ਕੀ ਰਹੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਮਾਤਮਾ ਨੂੰ ਗੁਰੂ ਮੰਨਿਆ, ਫਿਰ ਉਹਨਾਂ ਨੇ ਗੁਰੂ ਦਾ ਕਨਸੈਪਟ ਦਿੱਤਾ ਵੀ ਗੁਰੂ ਦੇ ਕਨਸੈਪਟ ਨੂੰ ਗੁਰਬਿਨ ਘੋਰ ਅੰਧਾਰ, ਹਾਂਜੀ, ਬਾਜ ਗੁਰੂ ਡੁੱਬਾ ਸੰਸਾਰ।
ਫਿਰ ਉਸ ਨੂੰ ਸ਼ਬਦ ਗੁਰੂ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵੀ ਪ੍ਰਗਟ ਕੀਤੇ ਨੇ। ਉਸ ਨੂੰ ਜਿਹੜਾ ਅੱਗੇ ਤੋਰਨ ਵਾਲਾ ਗੁਰੂ ਪੰਥ ਹੈ, ਇਹ ਇੱਕ ਬੜਾ ਕਲੀਅਰ ਤਰਤੀਬਵਾਰ ਸਿਸਟਮ ਪੇਸ਼ ਕੀਤਾ ਗਿਆ ਹੈ ਦੁਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਬਰਾਊਜ਼ ਡੇਲੀ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਕਰਨ ਹਾਂਡਾ। ਇਕਬਾਲ ਸਿੰਘ ਢਿੱਲੋਂ ਲਗਾਤਾਰ ਚਰਚਿਤ ਹੋਏ ਨਾਨਕ ਐਂਡ ਹਿਊਮੈਨਿਜ਼ਮ ਕਿਤਾਬ ਲਿਖੀ, ਜਿਸ ਦੇ ਵਿੱਚ ਸਿੱਖੀ ਧਰਮ ਨੂੰ ਮਜ਼ਹਬ ਮੰਨਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਇਹ ਮਾਨਵਵਾਦ ਦਾ ਫਲਸਫਾ ਸੀ ਜੋ ਬਾਬੇ ਨਾਨਕ ਨੇ ਤੋਰਿਆ। ਇਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਵਿਰੋਧ ਵੀ ਹੋਇਆ। ਇੱਕ ਡਿਬੇਟ ਵੀ ਕੀਤੀ ਅਸੀਂ, ਜੋ ਕਿ ਸ਼ਾਇਦ ਅਜੋਕੇ ਤਰੀਕੇ ਦੀ ਪਹਿਲੀ ਡਿਬੇਟ ਹੋਏਗੀ ਦੁਨੀਆ ਦੇ ਵਿੱਚ, ਜਿਸ ਦੇ ਵਿੱਚ ਡਾਕਟਰ ਰਾਜਵੰਤ ਸਿੰਘ ਵੀ ਸਾਡੇ ਨਾਲ ਸੀ। ਇਕਬਾਲ ਸਿੰਘ ਢਿੱਲੋਂ ਉਹਨਾਂ ਨੂੰ ਬੜੇ ਤਿੱਖੇ ਸਵਾਲ ਜਵਾਬ ਵੀ ਹੋਏ, ਪਰ ਬਹਿਸ ਤੇ ਉਲਝਾ ਉਸੇ ਤਰੀਕੇ ਕਾਇਮ ਰਿਹਾ। ਉਸ ਡਿਬੇਟ ਦੇ ਵਿੱਚ ਗੱਲ ਜਿਹੜੀ ਹੈ ਉਹ ਫਸੀ ਰਹੀ। ਤਾਂ ਅੱਜ ਡਾਕਟਰ ਰਾਜਵੰਤ ਸਿੰਘ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਬਹੁਤ ਬਹੁਤ ਸਵਾਗਤ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਜਿਸ ਤਰੀਕੇ ਆਪਾਂ ਉੱਥੋਂ ਹੀ ਸ਼ੁਰੂ ਕਰਦੇ ਹਾਂ ਜੀ। ਉਹਨਾਂ ਦਾ ਕਹਿਣਾ ਸੀ ਕਿ ਪੂਰੀ ਗੁਰਬਾਣੀ ਜਿਹੜੀ ਹੈ ਉਸ ਨੂੰ ਮਿਸਇੰਟਰਪ੍ਰੈਟ ਕੀਤਾ ਗਿਆ ਸਿੱਖਾਂ ਦੇ ਇੱਕ ਵੱਡੇ ਤਬਕੇ ਵੱਲੋਂ, ਜਿਸ ਨੂੰ ਅਸੀਂ ਮੈਜੋਰਟੀ ਵੀ ਕਹਿ ਸਕਦੇ ਹਾਂ। ਤੁਹਾਡਾ ਕਹਿਣਾ ਸੀ ਕਿ ਇਕਬਾਲ ਸਿੰਘ ਢਿੱਲੋਂ ਮਿਸਇੰਟਰਪ੍ਰੈਟ ਕਰ ਰਹੇ ਨੇ, ਉਲਝਾ ਪੈਦਾ ਕਰ ਰਹੇ ਨੇ ਕੌਮ ਦੇ ਵਿੱਚ। ਤਾਂ ਉਸ ਚਰਚਾ ਦੇ ਵਿੱਚ ਉਹ ਵਾਰ-ਵਾਰ ਕਹਿੰਦੇ ਸੀ ਕਿ ਓਂਕਾਰ ਪੱਲਿਓਂ ਲਾ ਰਹੇ ਨੇ ਲੋਕ, ਤੁਸੀਂ ਪੱਲਿਓਂ ਲਾ ਰਹੇ ਹੋ ਓਂਕਾਰ, ਗੁਰੂ ਸਾਹਿਬ ਨੇ ਓਂਕਾਰ ਨਹੀਂ ਲਿਖਿਆ, ਤਾਂ ਫਿਰ ਇਸ ਨੂੰ ਮਿਸਇੰਟਰਪ੍ਰੀਟੇਸ਼ਨ ਹੀ ਕਵਾਂਗੇ। ਇਹ ਕਹਿਣਾ ਸੀ ਉਹਨਾਂ ਦਾ। ਪਹਿਲੀ ਗੱਲ ਤਾਂ ਕਰਨ ਜੀ ਇਹ ਹੈ ਕਿ ਇਕਬਾਲ ਸਿੰਘ ਢਿੱਲੋਂ ਹੋਣ ਦੀ ਕੋਈ ਕੁਆਲੀਫਿਕੇਸ਼ਨ ਨਹੀਂ ਹੈ, ਕੋਈ ਉਹਨਾਂ ਕੋਲ ਇਸ ਕਿਸਮ ਦੀ ਯੋਗਤਾ ਨਹੀਂ ਹੈ ਕਿ ਉਹ ਗੁਰਬਾਣੀ ਨੂੰ ਇੰਟਰਪ੍ਰੀਟ ਕਰ ਸਕਣ। ਉਹਨਾਂ ਨੇ ਮਾਸਟਰ ਕੀਤੀ ਹੈ ਇੰਗਲਿਸ਼ ਲੈਂਗੁਏਜ ਦੇ ਵਿੱਚ ਤੇ PhD ਕੀਤੀ ਹੈ ਲੋਕ ਨਾਚ ਦੇ ਉੱਤੇ। ਹੁਣ ਉਹ ਇੱਕ ਬੰਦਾ ਜਿਹੜਾ ਇੱਕ ਸਾਰਾ ਕਰੀਅਰ ਉਹਦਾ ਇੱਕ ਐਕੈਡੈਮਿਕ ਫੋਕਸ ਰਿਹਾ ਹੈ ਨਾਚ ਗਾਣੇ ਦੇ ਉੱਤੇ, ਜਿਹੜਾ ਕਿ ਅੱਛਾ ਆਪਣੇ ਆਪ 'ਚ ਇੱਕ ਫੀਲਡ ਹੈ। ਪਰ ਉਹ ਆ ਕੇ ਫਿਰ ਉਹ ਦੂਜੀ ਗੱਲ ਹੈ ਕਿ ਉਹ ਧਰਮ ਨੂੰ ਨਹੀਂ ਮੰਨਦੇ, ਉਹ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਰੱਬ ਨਾਂ ਦੀ ਕੋਈ ਚੀਜ਼, ਪ੍ਰਮਾਤਮਾ ਨਾਂ ਦੀ ਕੋਈ ਚੀਜ਼ ਨੂੰ ਨਹੀਂ ਮੰਨਦੇ। ਉਹ ਆ ਕੇ ਫਿਰ ਸਾਨੂੰ ਦੱਸ ਰਹੇ ਨੇ ਕਿ ਜੀ ਇਹ ਤੁਸੀਂ ਇਸ ਤਰ੍ਹਾਂ ਗਲਤ ਕਹਿ ਰਹੇ ਹੋ, ਤੁਸੀਂ ਉਸ ਤਰ੍ਹਾਂ ਗਲਤ ਕਹਿ ਰਹੇ ਹੋ, ਇਸ ਅੱਖਰ ਦਾ ਮਤਲਬ ਹੈ, ਉਸ ਅੱਖਰ ਦਾ ਮਤਲਬ ਹੈ। ਮੈਂ ਤਾਂ ਉਹਨਾਂ ਦੀ ਯੋਗਤਾ ਦੇ ਉੱਤੇ ਸਵਾਲ ਖੜਾ ਕਰਦਾ ਕਿ ਪਹਿਲੀ ਗੱਲ, ਜਦ ਤੁਸੀਂ ਧਰਮ ਨਾਂ ਦੀ ਚੀਜ਼ ਤੋਂ ਮੁਨਕਰ ਹੋ, ਤੁਸੀਂ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਪਰਮਾਤਮਾ ਇੱਕ ਪਰਮੇਸ਼ਰ ਜਿਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਲੀਅਰਲੀ ਡਿਫਾਈਨ ਕੀਤਾ। ਹੁਣ ਓਂਕਾਰ ਵਰਡ ਦੇ ਉੱਤੇ ਅੜ ਗਏ, ਪਰ ਇੱਕ ਓਂਕਾਰ, ਚਲੋ ਉਸ ਨੂੰ ਵੀ ਭਾਈ ਗੁਰਦਾਸ ਨੇ ਬੜੀ ਕਲੀਅਰਲੀ ਆਪਣੀ ਜਿਹੜੀ ਇੱਕ ਵਾਰ ਦੇ ਵਿੱਚ ਕਲੀਅਰ, ਜਿਹੜੀ ਕਿ ਮੈਂ ਉਸ ਵੇਲੇ ਵੀ ਪੜ੍ਹ ਕੇ ਸੁਣਾਈ ਸੀ ਤੇ ਫਿਰ ਮੈਂ ਹੁਣ ਫਿਰ ਤੁਹਾਡੇ ਦਰਸ਼ਕਾਂ ਨੂੰ ਪੜ੍ਹ ਕੇ ਸੁਣਾਉਣਾ ਚਾਹਾਂਗਾ ਕਿ ਏਕਾਰ ਲਿਖ ਦਿਖਾ ਲਿਆ। ਪਹਿਲਾਂ ਇੱਕ ਲਿਖਿਆ, ਫਿਰ ਉਸ ਤੋਂ ਬਾਅਦ ਊੜਾ ਓਂਕਾਰ ਪਾਸ ਬਹਾਲਿਆ। ਹੁਣ ਊੜਾ ਨੂੰ ਡਿਫਾਈਨ ਕਰ ਰਹੇ ਭਾਈ ਗੁਰਦਾਸ ਕਿ ਇਹਦਾ ਮਤਲਬ ਓਂਕਾਰ ਪਾਸ ਬਹਾਲਿਆ। ਹੁਣ ਇੱਕ ਓਂਕਾਰ ਦਾ ਮਤਲਬ ਹੈ ਕਿ ਉਹੀ ਜਿਹੜਾ ਇੱਕ ਪਰਮਾਤਮਾ ਹੈ ਉਹ ਸਾਰੀ ਥਾਂ ਤੇ ਪਸਰਿਆ ਹੋਇਆ ਹੈ। ਉਹਦਾ ਸਤਨਾਮ ਕਰਤਾ ਪੁਰਖ ਹੈ, ਉਹ ਕ੍ਰੀਏਟਰ ਹੈ, ਉਹ ਇੱਕ ਇਹੋ ਜਿਹੀ ਜਿਹੜੀ ਸ਼ਕਤੀ ਹੈ ਜਿਹੜੀ ਕਿ ਉਹਦੇ ਰਾਹੀਂ ਇਹ ਸਾਰੀ ਜਿਹੜੀ ਕਾਇਨਾਤ ਪ੍ਰਗਟ ਹੁੰਦੀ ਹੈ। ਉਸ ਚੀਜ਼ ਨੂੰ ਅੱਗੇ ਸਾਰੇ ਜਿਹੜੇ ਮੂਲ ਮੰਤਰ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਡਿਫਾਈਨ ਕਰ ਰਹੇ ਨੇ, ਪੂਰਾ ਉਹਦੀ ਪਰਿਭਾਸ਼ਾ ਦੇ ਰਹੇ ਨੇ ਕਿ ਪਰਮਾਤਮਾ ਹੈ ਕੀ। ਹਾਂਜੀ, ਨਿਰਭਉ ਜੀ ਬਸ ਇੱਥੇ ਮੈਂ ਉਹੀ ਸਵਾਲ ਉਹਨਾਂ ਵਾਲਾ ਰਿਪੀਟ ਕਰੂੰਗਾ, ਜਿਵੇਂ ਉਹ ਵਾਰ-ਵਾਰ ਉਸ ਦਿਨ ਇਨਸਿਸਟ ਕਰ ਰਹੇ ਸੀ ਕਿ ਓਂਕਾਰ ਕਿੱਥੇ ਆ, ਇਹ ਇੱਕ ਅੰਗ ਲਿਖਿਆ ਹੋਇਆ, ਇੱਕ ਅੰਗ। ਤਾਂ ਇਸ ਪਰਿਭਾਸ਼ਾ ਦੇ ਵਿੱਚ ਤੁਹਾਨੂੰ ਕਿੰਨੀ ਕੁ ਸੱਚਾਈ ਲੱਗਦੀ ਹੈ ਤੇ ਤੁਸੀਂ ਕਿਉਂ ਡਿਫਰੈਂਸ਼ੀਏਟ ਕਰ ਰਹੇ ਹੋ? ਕਿਉਂਕਿ ਆਡੀਅנס ਨੂੰ ਪਤਾ ਲੱਗੇ ਕਿ ਜੇ ਉਹ ਵਾਰ-ਵਾਰ ਇੱਕ ਅੰਗ ਕਹਿ ਰਹੇ, ਇੱਕ ਅੰਗ ਕਹਿ ਰਹੇ ਤਾਂ ਕਿਉਂ ਕਹਿ ਰਹੇ ਹੈ? ਇੱਕ ਅੰਗ ਵੀ ਕਿੱਥੇ ਲਿਖਿਆ? ਇੱਕ ਲਿਖਿਆ ਜੀ, ਉੱਥੇ ਤਾਂ ਇੱਕ ਲਿਖਿਆ। ਹੁਣ ਇੱਕ ਕਿਹਨੂੰ ਡਿਫਾਈਨ ਕਰਦਾ? ਉਹ ਇੱਕ ਤਾਂ ਇੱਕੋ ਹੀ ਹੈ ਨਾ ਜੀ। ਇੱਕ ਨੂੰ ਇੱਕ ਅੱਖਰ, ਪਹਿਲਾ ਅੱਖਰ ਇੱਕ ਹੈ, ਪਰਮਾਤਮਾ ਦੇ ਲਈ ਵਰਤਿਆ ਗਿਆ ਹੈ। ਉਹ ਸਾਨੂੰ ਜੋ ਗੁਰੂਆਂ ਸਾਹਿਬ ਨੇ ਸਮਝਾਇਆ ਕਿ ਉਹੀ ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ। ਹੁਣ ਇਹ ਵੀ ਗੁਰੂ ਨਾਨਕ ਦੇਵ ਜੀ ਨੇ ਅੱਗੇ ਡਿਫਾਈਨ ਕੀਤਾ, ਜਿਹੜਾ ਕਿ ਅਸੀਂ ਮੰਨਦੇ ਹਾਂ ਕਿ ਜਿਹੜਾ ਮੂਲ ਮੰਤਰ ਹੈ ਉਹ ਸਾਰੀ ਗੁਰਬਾਣੀ ਦਾ ਆਧਾਰ ਹੈ, ਸਾਰੇ ਸਾਡੇ ਸਿੱਖ ਧਰਮ ਦਾ ਆਧਾਰ ਹੈ। ਉਹਦੀ ਜਿਹੜੀ ਗਾਹਾਂ ਪਰਿਭਾਸ਼ਾ ਨੂੰ ਪੂਰਾ ਖੁੱਲ ਕੇ ਜਿਹੜਾ ਵਿਸਥਾਰ ਦੇ ਵਿੱਚ ਦੱਸਿਆ ਗਿਆ, ਉਹ ਗੁਰੂ ਗ੍ਰੰਥ ਸਾਹਿਬ ਰੂਪ ਦੇ ਵਿੱਚ ਗੁਰਬਾਣੀ ਆਈ ਹੈ। ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ। ਹੁਣ ਇਸ ਨੂੰ ਕਿਸ ਤਰ੍ਹਾਂ ਤੁਸੀਂ ਇਹਦੇ ਵਿੱਚ ਕੀ ਮਿਸਇੰਟਰਪ੍ਰੀਟੇਸ਼ਨ ਹੋ ਸਕਦੀ ਹੈ? ਹਾਂਜੀ, ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਲੀਅਰਲੀ ਕਿਹਾ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ।
ਉਹ ਜਿਹੜਾ ਪਰਮਾਤਮਾ ਹੈ, ਇੱਕ ਪਰਮਾਤਮਾ ਸਾਰੀ ਥਾਂ ਦੇ ਉੱਤੇ ਪਸਰਿਆ ਹੋਇਆ, ਇਹ ਸਾਰੀ ਕਾਇਨਾਤ ਉਹਦਾ ਹੀ ਰੂਪ ਹੈ। ਹੁਣ ਉਸ ਨੂੰ ਉਹ ਕਹੀ ਜਾ ਰਹੇ ਨੇ ਕਿ ਜੀ ਬ੍ਰਹਿਮੰਡ ਹੀ ਹੈ, ਬ੍ਰਹਿਮੰਡ ਹੀ ਫੈਲਿਆ ਹੋਇਆ, ਬ੍ਰਹਿਮੰਡ ਹੀ ਸਾਡੇ ਅੰਦਰ ਹੈ, ਬ੍ਰਹਿਮੰਡ ਹੀ ਕ੍ਰੀਏਸ਼ਨ ਹੈ, ਕ੍ਰੀਏਟ ਕਰਦਾ ਹੈ। ਇਹ ਬਈ ਬ੍ਰਹਿਮੰਡ ਨੂੰ ਬਣਾਉਣ ਵਾਲਾ ਗੁਰੂ ਸਾਹਿਬ ਜੀ ਨੇ ਕਲੀਅਰਲੀ ਆਸਾ ਦੀ ਵਾਰ ਦੇ ਵਿੱਚ ਕਲੀਅਰ ਕੀਤਾ ਹੈ ਕਿ ਕੁਦਰਤ ਕਰਕੇ ਵਸਿਆ ਸੋਏ। ਹਾਂਜੀ, ਤੂੰ ਕਾਦਰ ਕਰਤਾ ਪਾਕੀ ਨਾਈ ਪਾਕ, ਇਹ ਕਲੀਅਰਲੀ ਇਹ ਜਿਹੜੀਆਂ ਲਾਈਨਾਂ ਗੁਰੂ ਸਾਹਿਬ ਜੀ ਨੇ ਆਸਾ ਦੀ ਵਾਰ ਦੇ ਵਿੱਚ ਸਾਨੂੰ ਕਲੀਅਰਲੀ ਕਰਕੇ ਸਮਝਾਈਆਂ ਨੇ ਕਿ ਕਾਦਰ ਇੱਕ ਐਂਟੀਟੀ ਹੈ, ਇੱਕ ਸ਼ਕਤੀ ਹੈ, ਤੇ ਕੁਦਰਤ ਉਹਨੇ ਕੁਦਰਤ ਨੂੰ ਕ੍ਰੀਏਟ ਕੀਤਾ ਤੇ ਫਿਰ ਕੁਦਰਤ ਨੂੰ ਬਣਾ ਕੇ ਉਹਦੇ ਵਿੱਚ ਸਮਾਇਆ ਹੋਇਆ ਹੈ। ਉਸ ਜੀ ਤੁਸੀਂ ਭਾਈ ਗੁਰਦਾਸ ਹੋਣਾ ਦਾ ਜ਼ਿਕਰ ਕੀਤਾ, ਮੈਂ ਤਾਂ ਰੋਕ ਰਿਹਾ ਕਿ ਤੁਸੀਂ ਭਾਈ ਗੁਰਦਾਸ ਹੋਣਾ ਦਾ ਇਸ ਤੋਂ ਪਹਿਲਾਂ ਪਿਛਲੀ ਗੱਲ ਦੇ ਵਿੱਚ ਜ਼ਿਕਰ ਕੀਤਾ ਸੀ, ਤਾਂ ਉਹਨਾਂ ਨੇ ਇੰਟਰਵਿਊ ਦੇ ਵਿੱਚ ਇਹ ਵੀ ਆਖਿਆ ਕਿ ਭਾਈ ਗੁਰਦਾਸ ਹੋਣਾ ਉੱਤੇ ਤਾਂ ਖੁਦ ਬ੍ਰਾਹਮਣਵਾਦੀ ਪ੍ਰਭਾਵ ਸੀ, ਇਸ ਕਰਕੇ ਉਹਨਾਂ ਦੀਆਂ ਲਿਖਤਾਂ ਨੂੰ ਗੁਰੂ ਸਾਹਿਬਾਨਾਂ ਨੇ ਫਿਰ ਵਿੱਚ ਨਹੀਂ ਪਾਇਆ, ਗੁਰਬਾਣੀ ਦੇ ਐ ਨਹੀਂ ਕੀਤਾ, ਬਹੁਤ ਸਾਰੀਆਂ ਗੱਲਾਂ ਇਕਬਾਲ ਸਿੰਘ ਢਿੱਲੋਂ ਹੋਣਾ ਨੇ ਕੀਤੀਆਂ। ਹਾਂਜੀ, ਮੈਂ ਉਹ ਕਲੀਅਰ ਕਰ ਦਵਾਂ। ਇੱਕ ਤਾਂ ਉਹ ਜਿਹੜੀ ਲਾਈਨ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਹਾਂਜੀ, ਇਹ ਕਲੀਅਰਲੀ ਗੁਰੂ ਨਾਨਕ ਦੇਵ ਜੀ ਮਹਾਰਾਜ ਡਿਫਾਈਨ ਕਰ ਰਹੇ ਨੇ ਕਿ ਇਹ ਜਿਹੜੀ ਸਾਰੀ ਕੁਦਰਤ ਹੈ ਉਹ ਕਾਦਰ ਅਲੱਗ ਹੈ, ਕੁਦਰਤ ਅਲੱਗ ਹੈ, ਪਰ ਸਾਡੀ ਅੰਡਰਸਟੈਂਡਿੰਗ ਇਹ ਹੋਣੀ ਚਾਹੀਦੀ ਹੈ ਕਿ ਇਹ ਇੱਕ ਨੇ, ਪਰ ਕ੍ਰੀਏਟ ਕਰਨ ਵਾਲਾ ਕੁਦਰਤ ਕਾਦਰ ਦੇ ਵਿੱਚੋਂ ਨਿਕਲੀ ਹੈ। ਇਸ ਗੱਲ ਨੂੰ ਕਲੀਅਰ ਕਰਨਾ ਬੜਾ ਜ਼ਰੂਰੀ ਹੈ ਤੁਹਾਡੇ ਦਰਸ਼ਕਾਂ ਨੂੰ, ਤੇ ਸਾਡੇ ਸਿੱਖ ਧਰਮ ਦਾ ਇਹ ਬੇਸਿਕ ਕਨਸੈਪਟ ਹੈ, ਇਹ ਮੁੱਢਲਾ ਸਾਡਾ ਸਿਧਾਂਤ ਹੈ। ਹਾਂਜੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਭਾਈ ਗੁਰਦਾਸ ਜੀ ਦੀ, ਭਾਈ ਗੁਰਦਾਸ ਜੀ ਦੀ ਜਿਹੜੀ ਸਾਰੀ ਰਚਨਾ ਹੈ, ਸਾਰਾ ਜੋ ਉਹਨਾਂ ਨੇ ਬਾਣੀ ਰਚੀ ਹੈ, ਜਿਸ ਨੂੰ ਕੀ ਪ੍ਰਮਾਣਿਤ ਮੰਨਿਆ ਜਾਂਦਾ ਹੈ ਕਿ ਗੁਰੂ ਘਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਇਲਾਵਾ ਭਾਈ ਗੁਰਦਾਸ ਜੀ ਦੀ ਵਾਰਾਂ ਪੜ੍ਹੀਆਂ ਜਾਂਦੀਆਂ ਨੇ। ਇਹ ਸਿਲਸਿਲਾ ਗੁਰੂ ਅਰਜਨ ਦੇਵ ਜੀ ਤੋਂ, ਮਹਾਰਾਜ ਤੋਂ ਸ਼ੁਰੂ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਜਦੋਂ ਜਿਹੜਾ ਪਹਿਲਾ ਪ੍ਰਕਾਸ਼ ਹੋਇਆ 1604 ਦੇ ਵਿੱਚ ਆਦਿ ਗ੍ਰੰਥ ਦੇ ਰੂਪ ਦੇ ਵਿੱਚ, ਗੁਰੂ ਅਰਜਨ ਦੇਵ ਜੀ ਨੇ ਮਹਾਰਾਜ ਨੇ ਜਿਹੜਾ ਪ੍ਰਕਾਸ਼ ਕੀਤਾ ਹੈ, ਉਸ ਨੂੰ ਲਿਖਾਈ, ਉਸ ਨੂੰ ਲਿਖਾਉਣ ਦਾ ਕੰਮ, ਜਿਹੜੀ ਸੇਵਾ ਸੀ, ਉਹਨਾਂ ਨੇ ਭਾਈ ਗੁਰਦਾਸ ਜੀ ਤੋਂ ਕਰਵਾਈ ਹੈ। ਸੋ ਭਾਈ ਗੁਰਦਾਸ ਜੀ ਇੱਕ ਅਥਾਰਟੀ ਨੇ, ਭਾਈ ਗੁਰਦਾਸ ਜੀ ਦਾ ਇੱਕ ਰੁਤਬਾ ਹੈ। ਭਾਈ ਗੁਰਦਾਸ ਜੀ ਇੱਥੇ ਕਿੰਤੂ ਕਰਦੇ ਨੇ ਨਾ ਇਕਬਾਲ ਸਿੰਘ ਢਿੱਲੋਂ ਕਿ ਉਹ ਤਾਂ ਚਲੋ ਲਿਖਵਾਈ ਉਹਨਾਂ ਤੋਂ, ਪਰ ਉਹ ਖੁਦ ਵੀ ਰਚਨਾ ਕਰਦੇ ਸੀ। ਉਹਨਾਂ ਦੀ ਇੱਕ ਵੀ ਰਚਨਾ ਕਿਉਂ ਨਹੀਂ ਵਿੱਚ ਪਾਈ? ਕਿਉਂਕਿ ਗੁਰੂ ਸਾਹਿਬਾਨ ਨੂੰ ਪਤਾ ਸੀ ਕਿ ਇਹਨਾਂ ਉੱਤੇ ਬ੍ਰਾਹਮਣਵਾਦੀ ਪ੍ਰਭਾਵ ਆ। ਨਹੀਂ, ਇਹ ਦੇਖੋ ਨਾ, ਹੁਣ ਆਪਣੇ ਕੋਲੋਂ ਹੀ ਉਹਨਾਂ ਨੇ ਡਿਫਾਈਨ ਕਰ ਦਿੱਤਾ, ਇਹ ਕਿੱਥੋਂ ਪਤਾ ਲੱਗ ਗਿਆ ਵੀ ਬ੍ਰਾਹਮਣਵਾਦੀ ਪ੍ਰਭਾਵ ਹੈ? ਉਹਨਾਂ ਦੀ ਰਚਨਾਵਾਂ ਪੜ੍ਹੀਆਂ, ਮੈਂ ਸਟੱਡੀ ਕੀਤੀ ਆ ਉਹਨਾਂ ਦੀ ਰਚਨਾਵਾਂ ਦੇ ਵਿੱਚ ਹਰ ਉਹ ਕਰਮ ਕਾਂਡ ਦੀ ਗੱਲ ਹੁੰਦੀ ਹੈ ਜੋ ਕਦੀ ਵੀ ਸਿੱਖੀ ਦੇ ਵਿੱਚ ਬਾਬਾ ਨਾਨਕ ਤਾਂ ਨਹੀਂ ਪਾਉਂਦੇ। ਬਿਲਕੁਲ ਨਹੀਂ ਕਰਮ ਕਾਂਡ ਦੀ ਕੋਈ ਗੱਲ ਕੀਤੀ ਹੋਈ। ਸਾਰੀ ਜਿਹੜੀ ਬਾਣੀ ਹੈ ਭਾਈ ਗੁਰਦਾਸ ਜੀ ਦੀ, ਉਹਨਾਂ ਨੇ ਕਲੀਅਰਲੀ ਜੋ ਗੁਰਬਾਣੀ ਹੈ ਉਸ ਨੂੰ ਖੁੱਲ ਕੇ ਸਮਝਾਇਆ, ਤਾਂ ਕਿ ਆਮ ਸਿੱਖਾਂ ਦੇ ਵਿੱਚ ਜਿਹੜੇ ਹਲੇ ਪਹਿਲੀ ਪੌੜੀ ਦੇ ਉੱਤੇ ਚੜ ਰਹੇ ਨੇ, ਉਹਨਾਂ ਨੂੰ ਗੱਲ ਸਮਝ ਆ ਸਕੇ ਵੀ ਗੁਰੂ ਕਹਿ ਕੀ ਰਹੇ ਨੇ। ਮੈਂ ਤਾਂ ਤੁਹਾਨੂੰ ਇੱਥੋਂ ਤੱਕ ਦੱਸਦਾ ਵੀ ਗੁਰਬਾਣੀ ਦੇ ਵਿੱਚ ਜਿਹੜੀਆਂ ਤੁਕਾਂ ਆਈਆਂ ਨੇ, ਗੁਰਬਾਣੀ ਦੇ ਵਿੱਚ ਜਿਹੜੇ ਕਨਸੈਪਟਸ ਦਿੱਤੇ ਨੇ ਗੁਰੂ ਸਾਹਿਬਾਨ ਨੇ, ਉਹਨਾਂ ਦੇ ਕਨਸੈਪਟਸ ਦੇ ਉੱਤੇ ਹੀ ਸਿਮਿਲਰ ਕਾਈਂਡ ਆਫ ਜਿਹੜੀ ਹੈ ਉਹਦੀ ਐਕਸਪਲੇਨੇਸ਼ਨ ਹੈ, ਉਹਦਾ ਜਿਹੜਾ ਵਿਸਥਾਰ ਹੈ ਭਾਈ ਗੁਰਦਾਸ ਜੀ ਦੀ ਬਾਣੀ ਤੋਂ ਮਿਲਦਾ ਹੈ। ਜਿੱਥੇ ਭੱਟਾਂ ਦੇ ਸੋਈਆਂ ਦੇ ਵਿੱਚ ਇਹ ਕਲੀਅਰ ਕੀਤਾ ਜਾਂਦਾ ਕਿ ਪਹਿਲੇ ਗੁਰੂ ਸੀ, ਗੁਰੂ ਨਾਨਕ ਨੇ ਛਤਰ ਚਲਾਇਆ, ਮੱਥਾ ਟੇਕਿਆ ਗੁਰੂ ਅੰਗਦ ਨੂੰ, ਭਾਈ ਲਹਿਣੇ ਨੂੰ, ਉਹੀ ਕਨਸੈਪਟ ਭਾਈ ਗੁਰਦਾਸ ਦੱਸ ਰਹੇ ਨੇ। ਫਿਰ ਉਹਨਾਂ ਨੇ ਕਰਤਾਰਪੁਰ ਦੇ ਵਿੱਚ ਕੀ ਰੂਟੀਨ ਸੀ ਉਹ ਡਿਫਾਈਨ ਕੀਤੀ ਹੈ। ਫਿਰ ਉਹਨਾਂ ਨੇ ਜੋ ਮੱਕੇ ਜਾਣ ਦੀ ਜਿਹੜੀ ਸਾਖੀ ਹੈ, ਜਾਂ ਮੱਕੇ ਜਾ ਕੇ ਕੀ ਹੋਇਆ, ਬਗਦਾਦ ਜਾ ਕੇ ਕੀ ਹੋਇਆ, ਹਾਂਜੀ, ਕਰਤਾਰਪੁਰ ਦੇ ਵਿੱਚ ਆ ਕੇ ਕੀ ਹੋਇਆ, ਸਿੱਧਾਂ ਦੇ ਨਾਲ ਕੀ ਹੋਇਆ, ਜੋ ਕੁਝ ਤੁਹਾਨੂੰ ਸਿੱਧ ਗੋਸ਼ਟ ਦੇ ਵਿੱਚ ਮਿਲਦਾ, ਉਸ ਨੂੰ ਹੀ ਹੋਰ ਚੰਗੀ ਤਰ੍ਹਾਂ ਡਿਫਾਈਨ ਕੀਤਾ ਗਿਆ ਭਾਈ ਗੁਰਦਾਸ ਵੱਲੋਂ। ਸੋ ਕੋਈ ਅਜਿਹੀ ਚੀਜ਼ ਭਾਈ ਗੁਰਦਾਸ ਦੀ ਬਾਣੀ ਦੇ ਵਿੱਚ ਨਹੀਂ ਹੈ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਉਲਟ ਹੋਵੇ, ਜਾਂ ਕਿਸੇ ਵੀ ਸਨਾਤਨੀ ਜਾਂ ਹਿੰਦੂ ਮਤ ਦੀ ਜਾਂ ਪੰਡਤਾਂ ਦੀ ਕਿਸੇ ਸੋਚ ਦੇ ਨਾਲ ਉਹਨਾਂ ਦੀ ਗੱਲ ਮਿਲਦੀ ਹੋਵੇ। ਜੀ, ਮੈਂ ਹੁਣ ਸਵਾਲ ਇਹ ਕਰੂੰਗਾ, ਇਹ ਸਾਰੇ ਪੁਆਇੰਟਸ ਆਪਾਂ ਉਸ ਦਿਨ ਗੱਲਬਾਤ ਕੀਤੀ ਸੀ ਜਿਨ੍ਹਾਂ ਦੇ ਤੁਸੀਂ ਹੁਣ ਤੱਕ ਦਿੱਤਾ ਆ। ਮੈਂ ਸਵਾਲ ਇਹ ਕਰੂੰਗਾ ਕਿ ਫਿਰ ਬਹੁਤ ਸਾਰੇ ਲੋਕ ਜਦੋਂ ਆਪਾਂ ਡਿਬੇਟ ਕਰਦੇ ਹਾਂ ਉਹਦੇ ਥੱਲੇ ਵੀ ਕਮੈਂਟ ਕਰ ਰਹੇ ਸੀ ਕਿ ਅਜਿਹੀ ਚਰਚਾ ਹੀ ਕਿਉਂ ਕਰ ਰਹੇ ਹੋ, ਚਰਚਾ ਹੋਣੀ ਨਹੀਂ ਚਾਹੀਦੀ। ਕਿ ਤੁਹਾਨੂੰ ਲੱਗਦਾ ਅਜਿਹੀ ਚਰਚਾ ਤਾਂ ਹੋਣੀ ਚਾਹੀਦੀ, ਸਪੇਸ ਹੈਗੀ ਆ ਸਿੱਖੀ ਦੇ ਵਿੱਚ ਅਜਿਹੀ ਚਰਚਾ ਵਾਸਤੇ? ਕਿਉਂਕਿ ਗੁਰੂ ਸਾਹਿਬਾਨ ਤਾਂ ਸ਼ਬਦ ਨੂੰ ਗੁਰੂ ਕਹਿੰਦੇ ਸੀ, ਡਿਸਕਸ਼ਨ ਦੀ ਗੱਲ ਕਰਦੇ ਸੀ। ਜਦੋਂ ਉਹ ਗਏ ਵੀ ਸੀ ਦੁਨੀਆ ਭਰ ਦੇ ਵਿੱਚ ਤਾਂ ਉਹਨਾਂ ਨੇ ਕਿੰਨੀਆਂ ਡਿਸਕਸ਼ਨਸ ਕੀਤੀਆਂ ਹੋਣਗੀਆਂ।
नहीं, गुरु नानक देव जी महाराज ने बड़ी क्लियरली अपनी बाणी ਦੇ ਵਿੱਚ ਕਿਹਾ ਹੈ ਕਿ जब लग दुनिया रही है नानक कुछ कहिए कुछ सुनिए। ਇਹ ਡਾਇਲੌਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਖੁਦ ਕੀਤਾ। ਸਾਰੇ ਤਕਰੀਬਨ 32 ਸਾਲ ਉਹਨਾਂ ਨੇ 38,000 ਮੀਲ ਚੱਲ ਕੇ ਸਾਰੇ ਥਾਵਾਂ ਦੇ ਉੱਤੇ ਜਾ ਕੇ ਵੱਖ-ਵੱਖ ਫਿਰਕੇ ਦੇ ਲੋਕਾਂ ਨੂੰ, ਵੱਖ-ਵੱਖ ਜਿਹੜੇ ਸਕਾਲਰ ਸੀ ਜਾਂ ਆਮ ਲੋਕ ਸੀ, ਉਹਨਾਂ ਨਾਲ ਡਾਇਲੌਗ ਕੀਤਾ। ਹਰ ਵਰਗ ਦੇ ਲੋਕਾਂ ਦੇ ਨਾਲ ਡਾਇਲੌਗ ਕੀਤਾ। ਉਸ ਡਾਇਲੌਗ ਦੇ ਵਿੱਚ ਜੋ ਉਹਨਾਂ ਨੇ ਡਿਫਾਈਨ ਕੀਤਾ ਸਿੱਖੀ ਦਾ ਮਾਰਗ, ਉਸ ਨੂੰ ਉਹਨਾਂ ਨੇ ਪੋਥੀ ਰੂਪ ਦੇ ਵਿੱਚ ਕਲਮਬੰਦ ਕੀਤਾ। ਉਹੀ ਸਾਡੇ ਤੱਕ ਹੁਣ ਤੱਕ ਪਹੁੰਚੀ ਹੈ ਗੱਲ। ਸੋ ਡਾਇਲੌਗ ਕਰਨਾ ਕੋਈ ਹਰਜ ਨਹੀਂ ਹੈ, ਸਾਨੂੰ ਕਰਨਾ ਚਾਹੀਦਾ ਹੈ। ਪਰ ਇੱਕ ਗੱਲ ਜ਼ਰੂਰ ਕਲੀਅਰ ਹੋਣੀ ਚਾਹੀਦੀ ਹੈ ਕਿ ਡਾਇਲੌਗ ਉਹ ਬੰਦਾ ਕਰੇ ਜਿਹੜਾ ਕਿ ਬੇਸਿਕ ਵਾਹਿਗੁਰੂ ਦੀ ਹੋਂਦ ਤੋਂ ਹੀ ਮੁਨਕਰ ਹੋਵੇ। ਉਹ ਆ ਕੇ ਡਿਫਾਈਨ ਕਰੇ ਕਿ ਜੀ ਨਹੀਂ ਗੁਰੂ ਨਾਨਕ ਸਾਹਿਬ ਨੇ। ਅੱਛਾ, ਫਿਰ ਜਿਹੜੀ ਦੂਜੀ ਗੱਲ ਇਹ ਹੈ ਕਿ ਸਮੁੱਚੀ ਗੁਰਬਾਣੀ ਦਾ ਅਧਿਐਨ ਨਹੀਂ ਹੈਗਾ ਇਕਬਾਲ ਸਿੰਘ ਢਿੱਲੋਂ ਹੋਣਾ ਕੋਲ। ਜਿਹੜੇ ਵੀ ਲੋਕ ਅੱਗੇ ਸਿੱਖੀ ਦੇ ਉੱਤੇ ਆਪਣੇ ਟਿੱਪਣੀ ਕਰਨਾ ਚਾਹੁੰਦੇ ਨੇ ਜਾਂ ਜਿਹੜੇ ਇੱਕ ਡਿਫਰੈਂਟ ਵਿਊ ਪੁਆਇੰਟ ਰੱਖਦੇ ਨੇ, ਉਹ ਗੁਰਬਾਣੀ ਦੇ ਵਿੱਚੋਂ ਕੋਟੇਸ਼ਨਸ ਕੱਢ ਕੇ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨ, ਨਾ ਕਿ ਇੱਕ ਤੁਕ ਇੱਧਰੋਂ ਫੜ ਲਈ ਇੱਕ ਤੁਕ ਉੱਧਰੋਂ ਫੜ ਲਈ। ਤੁਸੀਂ ਆ ਕੇ ਫਿਰ ਸਿੱਖੀ ਨੂੰ ਸਾਰੀ ਇੱਕ 550 ਸਾਲ ਦੇ ਇਤਿਹਾਸ ਦੇ ਸਾਰੇ ਇੱਕ ਪੂਰੀ ਇੱਕ ਜਿਹੜੀ ਕੌਮ ਹੈ ਉਹਦੀ ਹੋਂਦ ਨੂੰ ਹੀ ਤੁਸੀਂ ਆ ਕੇ ਡਿਨਾਈ ਕਰਨਾ ਚਾਹੋ ਜਾਂ ਉਹਨੂੰ ਕਹੋ ਕਿ ਜੀ ਇਹ ਤਾਂ ਇਲੀਜਿਟਮੇਟ ਹੈ ਜੋ ਕੁਝ ਵੀ ਹੋਣਾ ਇਸ ਵੇਲੇ ਹੈ। ਇਸ ਚੀਜ਼ ਨੂੰ ਜਿਹੜਾ ਮੈਂ ਸਮਝਦਾ ਵੀ ਇਹ ਢੰਗ ਤਰੀਕਾ ਠੀਕ ਨਹੀਂ ਹੈਗਾ। ਜੇ ਤੁਸੀਂ ਕਰਨੀ ਹੈ ਤਾਂ ਤੁਸੀਂ ਗੁਰਬਾਣੀ ਦੇ ਤੁਕਾਂ ਦੇ ਵਿੱਚੋਂ ਆ ਕੇ ਗੱਲ ਕਰੋ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਣਗਿਣਤ ਤੁਕਾਂ ਨੇ। ਮੈਨੂੰ ਤੁਸੀਂ ਕੋਈ ਸਵਾਲ ਕਰੋ ਸਿੱਖੀ ਦੇ ਹੋਂਦ ਬਾਰੇ, ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣੇ ਨੂੰ ਗੁਰੂ ਬਣਾਇਆ ਸੀ ਕਿ ਨਹੀਂ ਬਣਾਇਆ ਸੀ, ਜਾਂ ਜਿਹੜੇ ਗੁਰੂ ਦਾ ਕਨਸੈਪਟ ਕੀ ਹੈ, ਪਰਮਾਤਮਾ ਦਾ ਕਨਸੈਪਟ ਕੀ ਹੈ, ਹਾਂਜੀ, ਮੁਕਤੀ ਦਾ ਕਨਸੈਪਟ ਕੀ ਹੈ, ਇਹ ਸਾਰੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਡਿਫਾਈਨ ਕੀਤੀਆਂ ਗਈਆਂ ਨੇ। ਉਹਨੂੰ ਸਰਲ ਰੂਪ ਦੇ ਵਿੱਚ ਭਾਈ ਗੁਰਦਾਸ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ। ਸੋ ਇਹ ਦੋ ਬੜੀਆਂ ਵੱਡੀਆਂ ਅਥਾਰਟੀਜ਼ ਨੇ ਸਾਡੇ ਸਾਹਮਣੇ, ਜਿਨ੍ਹਾਂ ਦੇ ਆਧਾਰ ਦੇ ਉੱਤੇ ਹੀ ਸਿੱਖ ਧਰਮ ਦੀ ਸਾਰੀ ਜਿਹੜੀ ਪਰਿਭਾਸ਼ਾ ਨੂੰ ਸਮਝਿਆ ਜਾ ਸਕਦਾ ਹੈ। ਜੀ, ਇੱਕ ਸਵਾਲ ਮੈਂ ਕਰੂੰਗਾ ਕਿ ਫਿਰ ਬਹੁਤ ਸਾਰੇ ਲੋਕ ਇਕਬਾਲ ਸਿੰਘ ਢਿੱਲੋਂ ਹੁਣਾਂ ਨੂੰ ਟਾਰਗੇਟ ਵੀ ਕਰ ਰਹੇ ਆ, ਹੁਣ ਉਹਨਾਂ ਨੂੰ ਵਿਰੋਧ ਵੀ ਹੋ ਰਿਹਾ, ਤੇ ਉਹ ਕੋਈ ਕਹਿੰਦੇ ਕਿ RSS ਦਾ ਬੰਦਾ ਹੈ, ਕੋਈ ਕਹਿੰਦੇ ਇਹ ਫਲਾਣਾ ਬੰਦਾ ਆ। ਤੁਸੀਂ ਕੀ ਇੰਨੀ ਗੱਲ ਤੁਸੀਂ ਵੀ ਕਹੋਗੇ, ਜਾਂ ਫਿਰ ਤੁਸੀਂ ਇਹ ਸਮਝਦੇ ਹੋ ਕਿ ਉਹ ਆਪਣੇ ਵੱਲੋਂ ਤਾਂ ਸਮਝਣ ਦੀ ਜਾਂ ਸਮਝਾਉਣ ਦੀ ਕੋਸ਼ਿਸ਼ ਹੀ ਕਰ ਰਹੇ ਨੇ, ਹਾਲਾਂਕਿ ਉਹਨਾਂ ਦੀ ਇੰਟਰਪ੍ਰੀਟੇਸ਼ਨ ਸਹੀ ਹੋਵੇ ਗਲਤ ਹੋਵੇ ਇੱਕ ਵੱਖਰਾ ਮਸਲਾ ਹੈ। ਪਰ ਕੀ ਤੁਹਾਨੂੰ ਲੱਗਦਾ ਕਿ ਉਹਨਾਂ ਦਾ ਕੋਈ ਏਜੰਸੀਆਂ ਨਾਲ ਵੀ ਲੈਣ ਦੇਣਾ, ਜਿਵੇਂ ਦੀਆਂ ਤੌਹਮਤਾਂ ਲਾਈਆਂ ਜਾਂਦੀਆਂ ਨੇ? ਦੇਖੋ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੋਂ ਸਿੱਖ ਧਰਮ ਹੋਂਦ ਦੇ ਵਿੱਚ ਆਇਆ ਜਾਂ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣਾ ਮਾਰਗ ਸ਼ੁਰੂ ਕੀਤਾ, ਉਦੋਂ ਤੋਂ ਹੀ ਆਪੋਜੀਸ਼ਨ ਸ਼ੁਰੂ ਹੋਈ ਹੈ। ਤੇ ਇਹ ਸਿਲਸਿਲਾ ਸਾਰੇ ਗੁਰੂ ਸਾਹਿਬਾਨ ਤੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਵੀ ਇਹ ਵਾਪਰਦਾ ਰਿਹਾ ਹੈ। ਗੁਰੂ ਅਮਰਦਾਸ ਜੀ ਦਾ ਬੜਾ ਭਾਰੀ ਆਪੋਜੀਸ਼ਨ ਹੋਈ। ਈਵਨ ਉੱਥੋਂ ਲੋਕਾਂ ਨੇ ਆ ਕੇ, ਜਿਹੜੇ ਪੰਡਤਾਂ ਦੇ ਕੁਝ ਗੁੰਡਿਆਂ ਨੇ ਆ ਕੇ ਕੁੱਟਮਾਰ ਵੀ ਕੀਤੀ ਸਿੱਖਾਂ ਦੀ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜਿਹੜੀ ਸ਼ਹੀਦੀ ਦਾ ਕਾਰਨ ਹੈ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਕਲਿਤ ਕੀਤਾ, ਤੇ ਜਹਾਂਗੀਰ ਨੇ ਆਪਣੀ ਤੁਜ਼ਕੇ ਜਹਾਂਗੀਰ ਦੇ ਵਿੱਚ ਲਿਖਿਆ ਹੈ ਕਿ ਇਹ ਝੂਠ ਦੀ ਦੁਕਾਨ ਨੂੰ ਮੈਂ ਬੰਦ ਕਰਨਾ ਚਾਹੁੰਦਾ ਹਾਂ। ਸੋ ਆਪੋਜੀਸ਼ਨ ਤਾਂ ਹੁੰਦੀ ਹੈ ਤੇ ਕਨਫਿਊਜ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਰਹੀ ਹੈ ਤੇ ਹਲੇ ਵੀ ਜਾਰੀ ਹੈ। ਕਈ ਜਿਹੜੇ ਡੇਰੇ ਨੇ, ਕਈ ਕਿਸਮ ਦੇ ਜਿਹੜੇ ਉੱਥੇ ਜਿਹੜੇ ਆਪਣੇ ਫਿਰਕੇ ਸ਼ੁਰੂ ਕੀਤੇ ਗਏ ਨੇ, ਉਹ ਸਿੱਖੀ ਨੂੰ ਨਵੇਂ ਢੰਗ ਤਰੀਕੇ ਨਾਲ ਕਨਫਿਊਜ਼ ਕਰਦੇ ਨੇ। ਸੋ ਇਸ ਕਰਕੇ ਆਮ ਲੋਕਾਂ ਦੇ ਵਿੱਚ ਸ਼ੱਕ ਤਾਂ ਜ਼ਰੂਰ ਹੈ ਤੇ ਇਸ ਗੱਲ ਦੇ ਬੜੀ ਵੱਡੀ ਬਹਿਸ ਰਹੀ ਹੈ, ਕਿਉਂਕਿ ਜਦੋਂ RSS ਨੇ ਇਸ ਗੱਲ ਨੂੰ ਕਲੇਮ ਕੀਤਾ ਸੀ ਅੱਜ ਤੋਂ 15-20 ਸਾਲ ਪਹਿਲਾਂ ਕਿ ਜੀ ਸਿੱਖ ਧਰਮ ਤਾਂ ਹਿੰਦੂ ਧਰਮ ਦਾ ਹਿੱਸਾ ਹੈ, ਤੇ ਇਸ ਗੱਲ ਦੀ ਬੜੀ ਆਪੋਜੀਸ਼ਨ ਹੋਈ ਹੈ ਸਿੱਖਾਂ ਦੇ ਵੱਲੋਂ, ਅਕਾਲ ਤਖਤ ਦੇ ਜਥੇਦਾਰ ਵੱਲੋਂ। ਫਿਰ ਉਹਨਾਂ ਦੇ ਨਾਲ ਮੀਟਿੰਗਸ ਤੋਂ ਬਾਅਦ ਇਸ ਗੱਲ ਨੂੰ ਉਹਨਾਂ ਨੇ ਡਿਕਲੇਅਰ ਕੀਤਾ ਕਿ ਜੀ ਸਿੱਖ ਧਰਮ ਇੱਕ ਵੱਖਰਾ ਮਾਰਗ ਹੈ, ਵੱਖਰਾ ਧਰਮ ਹੈ। ਸੋ ਇਸ ਚੀਜ਼ ਨੂੰ, ਇਹ ਜਿਹੜਾ ਇੱਕ ਖਦਸ਼ਾ ਹੈ ਆਮ ਸਿੱਖਾਂ ਦੇ ਵਿੱਚ, ਉਹ ਮਨ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਰਹਿੰਦਾ ਹੈ। ਤੇ ਜਦੋਂ ਕੋਈ ਏਦਾਂ ਦਾ ਇਨਸਾਨ ਖੜਾ ਹੋ ਕੇ ਜਦੋਂ ਕਹਿੰਦਾ ਜੀ ਸਿੱਖ ਧਰਮ ਦਾ ਕੋਈ ਧਰਮ ਨਹੀਂ ਹੈ, ਜੀ ਇਹ ਸਿੱਖ ਧਰਮ ਤੇ ਜੀ ਗੁਰੂ ਨਾਨਕ ਨੇ ਕੋਈ ਧਰਮ ਨਹੀਂ ਸ਼ੁਰੂ ਕੀਤਾ, ਫਿਰ ਲੋਕੀ one ਦੇ ਪੁੱਟ ਟੁਗੇਦਰ ਵੀ ਉਹ ਇਹ ਲੱਗਦਾ ਵੀ ਉਹ ਉਸ ਕਿਸਮ ਦੀ ਜਿਹੜੀਆਂ ਫੋਰਸਿਸ ਦੇ ਰਾਹੀਂ ਭੇਜਿਆ ਹੋਇਆ ਕੋਈ ਬੰਦਾ ਹੈਗਾ। ਪਰ ਮੈਂ ਸਮਝਦਾ ਕਿ ਸਾਡੀ ਸਿੱਖੀ ਇੰਨੀ ਕੁ ਸਟਰੋਂਗ ਹੈਗੀ ਹੈ ਕਿ ਸਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ। ਅਸੀਂ ਛਾਤੀ ਠੋਕ ਕੇ ਆਪਣੀ ਗੱਲ
ਚੁਰਾਹੇ ਦੇ ਵਿੱਚ ਵੱਡੇ ਤੋਂ ਵੱਡੇ ਪਲੇਟਫਾਰਮ ਦੇ ਉੱਤੇ, ਛੋਟੇ ਤੋਂ ਛੋਟੇ ਪਲੇਟਫਾਰਮ ਦੇ ਉੱਤੇ ਵੀ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ। ਤੇ ਇਸ ਗੱਲ ਦੀ ਸਾਨੂੰ ਕੋਈ ਮੈਨੂੰ ਕੋਈ ਡਰ ਨਹੀਂ ਹੈ, ਤੇ ਨਾ ਹੀ ਮੈਨੂੰ ਕੋਈ ਭੈ ਹੈ, ਤੇ ਨਾ ਹੀ ਮੈਨੂੰ ਕੋਈ ਇਨਸਿਕਿਉਰਿਟੀ ਇਸ ਗੱਲ ਦੀ। ਜੀ, ਤੁਸੀਂ ਪਲੇਟਫਾਰਮਸ ਦੀ ਗੱਲ ਕੀਤੀ ਤਾਂ ਸਿਆਸਤ ਇੱਕ ਬਹੁਤ ਵੱਡਾ ਪਲੇਟਫਾਰਮ ਹੁੰਦਾ, ਚਾਹੇ ਉਹ ਨੀਤੀਆਂ ਘੜਨ ਦੀ ਗੱਲ ਹੋਵੇ ਜਾਂ ਕਿਸੇ ਵਿਚਾਰਧਾਰਾ ਨੂੰ ਅੱਗੇ ਵਧਾਉਣ ਦੀ ਗੱਲ ਹੋਵੇ। ਆਪਾਂ ਦੇਖਿਆ ਕਿ ਦੇਸ਼ ਭਰ ਦੇ ਵਿੱਚ ਜਦੋਂ ਦੀ ਬੀਜੇਪੀ ਆਈ ਤਾਂ ਇੱਕ ਵਿਚਾਰਧਾਰਾ, ਇੱਕ ਮਤ ਨੂੰ ਬਹੁਤ ਸਟਰੋਂਗਲੀ ਉਹਨਾਂ ਨੇ ਅੱਗੇ ਪੁਸ਼ ਕੀਤਾ ਹੈ। ਤਾਂ ਹੁਣ ਜੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਪੰਜਾਬ ਯੂਨੀਵਰਸਿਟੀ ਪੀਯੂ ਸਟੂਡੈਂਟ ਪੋਲਿਟਿਕਸ ਦੇ ਵਿੱਚ ਜਿਹੜਾ ਕਿ ਮੁੱਢ ਮੰਨੀ ਜਾਂਦੀ ਹੈ ਕਿ ਉੱਥੋਂ ਹੀ ਜਿਹੜੇ ਸਟੂਡੈਂਟ ਨੇ, ਨੌਜਵਾਨ ਨੇ, ਉਹ ਸਿਆਸਤ ਦੀ ਦੁਨੀਆ ਦੇ ਵਿੱਚ ਪੈਰ ਰੱਖ ਸਕਦੇ ਨੇ। ਹਾਲ ਹੀ ਦੇ ਵਿੱਚ ਬੀਤੇ ਦਿਨੀ ਕੱਲ ਹੀ ਚੋਣਾਂ ਦੇ ਨਤੀਜੇ ਆਏ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਨਐਸਯੂਆਈ ਦੀ ਜੋ ਐਨਐਸਯੂਆਈ ਪਾਰਟੀ ਦਾ ਪ੍ਰਧਾਨ ਬਣਿਆ, ਉੱਥੇ ਹੀ ਇੱਕ ਅਹਿਮ ਜਿਹੜੀ ਸੀਟ ਹੈ, ਉਹ ਜਿਹੜੀ ਵਾਈਸ ਪ੍ਰੈਜ਼ੀਡੈਂਟ ਦੀ ਕਹਿ ਦਈਏ ਆਪਾਂ, ਉਹ ਮਿਲੀ ਆ ਇੱਕ ਨਵੀਂ ਧਿਰ ਨੂੰ, ਜਿਸ ਦਾ ਨਾਂ ਸੱਥ ਹੈ, ਜਿਸ ਨੂੰ ਕਿ ਪੰਥਕ ਧਿਰ ਵਜੋਂ ਜਿਹੜਾ ਕੀ ਹੈ ਪ੍ਰਚਾਰਿਆ ਜਾ ਰਿਹਾ। ਉਹਨਾਂ ਦਾ ਕੈਂਪੇਨ ਵੀ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਤਸਵੀਰ ਤੇ ਉਹਨਾਂ ਦੇ ਇਰਦ ਗਿਰਦ ਘੁਮਾਇਆ ਗਿਆ। ਉਹ ਜਿੱਤੇ ਨੇ ਚੋਣਾਂ, ਪਰ ਲਗਾਤਾਰ ਵਿਰੋਧ ਹੋ ਰਿਹਾ ਕਿ ਖਾਲਿਸਤਾਨੀ ਕਹਿ ਕੇ ਵਿਰੋਧ ਹੋ ਰਿਹਾ, ਕੋਈ ਕਿਹੋ ਜਿਹੀਆਂ ਟਿੱਪਣੀਆਂ ਕਰ ਰਿਹਾ। ਕੀ ਪੰਥਕ ਧਿਰ ਦੀ ਹੋਂਦ ਪੰਜਾਬ ਯੂਨੀਵਰਸਿਟੀ ਦੇ ਵਿੱਚ ਲੋਕਾਂ ਨੂੰ ਰੜਕ ਰਹੀ ਹੈ, ਤੇ ਕਿਉਂ ਰੜਕ ਰਹੀ ਹੈ? ਉੱਥੇ ਪੰਥਕ ਧਿਰ ਕਿਉਂ ਨਹੀਂ ਹੋ ਸਕਦੀ? ਇਹਦੇ ਵਿੱਚ ਮੈਂ ਸਮਝਦਾ ਕਿ ਜਿਹੜੀਆਂ ਵੀ ਕੌਮਾਂ ਪੰਜਾਬ ਦੇ ਵਿੱਚ ਵਸਦੀਆਂ ਨੇ ਜਾਂ ਉੱਤਰੀ ਭਾਰਤ ਦੇ ਵਿੱਚ ਨੇ, ਸਾਨੂੰ ਆਪਸ ਦੇ ਵਿੱਚ ਡਾਇਲੋਗ ਕਰਕੇ ਇੱਕ ਦੂਜੇ ਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ। ਜਿਹੜਾ ਸੱਥ ਇੱਕ ਗਰੁੱਪ ਹੈ, ਉਹ ਸਿੱਖਾਂ ਦੀਆਂ ਉਹਨਾਂ ਭਾਵਨਾਵਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਜਿਹੜਾ ਕਿ ਹਰਟ ਫੀਲ ਕਰਦਾ ਹੈ, ਜਿਹੜਾ ਇਸ ਗੱਲੋਂ ਦੁਖੀ ਹੈ ਉਹ ਪਿਛਲੇ ਸਮੇਂ ਦੇ ਵਿੱਚ ਜੋ ਸੰਤਾਪ ਸਿੱਖਾਂ ਨੇ ਹੰਢਾਇਆ ਹੈ, ਉਸ ਨੂੰ ਸਹੀ ਤਰੀਕੇ ਦੇ ਨਾਲ ਨਿਆਂ ਨਹੀਂ ਮਿਲਿਆ, ਕੋਈ ਉਹਨੂੰ ਠੰਡਕ ਨਹੀਂ ਪਹੁੰਚਾਈ ਗਈ ਜਾਂ ਉਹਨੂੰ ਟਕੋਰ ਨਹੀਂ ਕੀਤੀ ਗਈ, ਤੇ ਜਿਹੜੇ ਇਸ਼ੂ ਸੀਗੇ ਉਹਨਾਂ ਨੂੰ ਸਹੀ ਤਰੀਕੇ ਨਾਲ ਸੁਲਝਾਇਆ ਨਹੀਂ ਗਿਆ। ਸਾਰੇ ਲੀਡਰ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ, ਉਸ ਗੱਲੋਂ ਭੱਜੇ ਨੇ ਕਿ ਅਸਲ ਦੇ ਵਿੱਚ ਜਿਹੜੇ ਲੋਕਾਂ ਨਾਲ ਧੱਕਾ ਹੋਇਆ ਹੈ ਉਹਨਾਂ ਨੂੰ। ਸੋ ਜਸਵੰਤ ਸਿੰਘ ਖਾਲੜਾ ਉਸ ਇੱਕ ਸੋਚ ਦਾ ਇੱਕ ਪ੍ਰਤੀਕ ਦੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਜਿਸਨੇ ਜਸਟਿਸ ਲਈ ਲੜਾਈ ਕੀਤੀ, ਆਪਣੀ ਆਹੂਤੀ ਦਿੱਤੀ, ਆਪਣਾ ਬਲੀਦਾਨ ਤੱਕ ਉਹਨੂੰ ਦੇਣਾ ਪਿਆ, ਜਾਂ ਆਪਣੀ ਹੱਥੋਂ ਜਾਨ ਗਵਾਉਣੀ ਪਈ, ਕਿਉਂਕਿ ਉਹ ਉਹਨਾਂ ਬੇਨਾਮ ਲਾਸ਼ਾਂ ਦਾ ਜਿਹਨੇ ਸ਼ਨਾਖਤ ਕੀਤੀ ਤੇ ਆਇਡੈਂਟੀਫਾਈ ਕੀਤਾ ਕਿ ਜਿੰਨੀ 19,000 ਲੋਕਾਂ ਨੂੰ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਅੰਮ੍ਰਿਤਸਰ ਦੇ ਸਾਰੇ ਇਲਾਕੇ ਦੇ ਵਿੱਚ, ਤੇ ਸ਼ਨਾਖਤ ਵੀ ਨਹੀਂ ਹੋਈ ਕਿ ਕਿਹੜੇ ਬੰਦੇ ਸਨ। ਸੋ ਉਸ ਇੱਕ ਇਨਜਸਟਿਸ ਜਿਹੜਾ ਕਿ ਇੱਕ ਨਿਆਂ ਨਹੀਂ ਹੋਇਆ, ਉਹਨੂੰ ਰਿਪਰੈਜ਼ੈਂਟ ਕਰਦਾ ਹੈ ਜਸਵੰਤ ਸਿੰਘ ਖਾਲੜਾ। ਹੁਣ ਉਸ ਨੂੰ ਆਧਾਰ ਬਣਾ ਕੇ ਕੋਈ ਬੰਦਾ ਜੇ ਗੱਲ ਕਰਦਾ ਹੈ, ਤੇ ਸਾਨੂੰ ਇਸ ਗੱਲ ਨੂੰ ਇਹਨੂੰ ਮੜਨਾ ਨਹੀਂ ਚਾਹੀਦਾ, ਉਹਦੇ ਤੇ ਕੋਈ ਰਾਜਨੀਤਿਕ ਲੇਬਲ ਨਹੀਂ ਲਾਉਣਾ ਚਾਹੀਦਾ। ਮੈਂ ਸਮਝਦਾ ਕਿ ਇਹ ਚੰਗੀ ਗੱਲ ਹੈ ਕਿ ਬੰਦਾ ਜੇ ਕੋਈ ਗੱਲ ਕਰੇ ਤਾਂ ਉਹਦੇ ਨਾਲ ਪੁੱਛੋ ਵੀ, ਹਾਂਜੀ, ਉਹ ਬੈਠ ਕੇ ਗੱਲ ਕਰੋ ਕਿ ਦੱਸੋ ਜੀ ਇਸ ਇਸ਼ੂ ਨੂੰ ਅਸੀਂ ਆਪਾਂ ਇਕੱਠੇ ਰਲ ਕੇ ਕਿੱਦਾਂ, ਹਿੰਦੂ ਸਿੱਖ ਨੇ ਸਾਰੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਪੰਜਾਬੀਆਂ ਦੇ ਨਾਲ ਹੋਏ ਧੱਕੇ ਦੇ ਲਈ ਅਸੀਂ ਕਿਸ ਤਰ੍ਹਾਂ ਇਕਜੁੱਟ ਹੋ ਕੇ ਸਹੀ ਦਿਸ਼ਾ ਦੇ ਵਿੱਚ ਇਸ ਜਿਹੜਾ ਪ੍ਰਾਂਤ ਹੈ, ਇਸ ਦੇ ਚੋਣ ਨਤੀਜਿਆਂ ਦਾ ਜੇਕਰ ਇੱਕ ਵਿਸ਼ਲੇਸ਼ਣ ਕਰੀਏ, ਐਨਾਲਿਸਿਸ ਕਰੀਏ, ਤਾਂ ਇੱਕ ਗੱਲ ਬੜੀ ਖੂਬਸੂਰਤ ਵੀ ਦਿਖਦੀ ਹੈ। ਜੇਕਰ ਨੌਜਵਾਨਾਂ ਨੇ ਅਜਿਹੀ ਪੰਥਕ ਧਿਰ ਨੂੰ ਸਪੇਸ ਦਿੱਤਾ, ਜਾਂ ਪੰਥਕ ਧਿਰ ਵੀ ਆਪਾਂ ਨਾ ਕਹੀਏ, ਕਿ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਲਾ ਕੇ ਇੱਕ ਪਾਰਟੀ ਕੰਪੇਨ ਕਰਦੀ ਹੈ, ਤਾਂ ਉਹਨਾਂ ਨੂੰ ਉਦੋਂ ਜਿੱਤ ਹਾਸਲ ਹੋ ਜਾਂਦੀ ਹੈ ਜਦੋਂ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦਾ ਸਟੂਡੈਂਟ ਜਿਹੜਾ ਵਿੰਗ ਹੈ ਉਹ ਵੀ ਇਲੈਕਸ਼ਨ ਲੜ ਰਿਹਾ ਹੈ, ਕਾਂਗਰਸ ਦਾ ਵੀ ਲੜ ਰਿਹਾ ਹੈ, ਅਕਾਲੀ ਦਲ ਦਾ ਵੀ ਲੜ ਰਿਹਾ, ਜੋ ਕਿ ਵੱਡੀਆਂ ਧਿਰਾਂ ਨੇ ਕਈ ਸਾਲਾਂ ਤੋਂ ਕੰਪੇਨ ਕਰ ਰਹੀਆਂ ਨੇ। ਤਾਂ ਨੌਜਵਾਨੀ ਦਾ ਝੁਕਾਅ ਬਦਲ ਰਿਹਾ, ਜਿਸ ਨੂੰ ਕਿ ਇੱਕ ਚੰਗੀ ਗੱਲ ਜਾਂ ਮਾੜੀ ਗੱਲ ਵੀ ਕਈ ਲੋਕ ਕਹਿ ਸਕਦੇ ਨੇ। ਨਹੀਂ, ਮੈਂ ਸਮਝਦਾ ਵੀ ਇਹ ਸਗੋਂ ਸਾਨੂੰ ਵੈਲਕਮ ਕਰਨਾ ਚਾਹੀਦਾ ਹੈ ਕਿ ਦੇਖੋ, ਜੇ ਕੋਈ ਬੰਦਾ ਜਸਵੰਤ ਸਿੰਘ ਖਾਲੜੇ ਦੀ ਤਸਵੀਰ ਦੇ ਨਾਲ ਦੇ ਆਧਾਰ ਦੇ ਉੱਤੇ ਇਲੈਕਸ਼ਨ ਲੜ ਰਿਹਾ ਹੈ, ਤੇ ਲੋਕਾਂ ਨੂੰ ਡਿਸਾਈਡ ਕਰਨ ਦਿਓ ਕਿ ਉਹ ਧਿਰ ਲੈਜਿਟੀਮੇਟ ਹੈ ਕਿ ਨਹੀਂ, ਉਹ ਵਾਕਈ ਉਹ ਧਿਰ ਨੂੰ ਇੱਕ ਸਤਿਕਾਰ ਵਾਲੀ ਥਾਂ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ। ਤੇ ਜੇ ਮਿਲੀ ਹੈ ਤੇ ਉਹਨੂੰ ਐਕਸੈਪਟ ਕਰਨਾ ਚਾਹੀਦਾ। ਜੇ ਸਿੱਖ ਇੱਕ ਕਮਿਊਨਿਸਟ ਸੋਚ ਵਾਲੇ ਬੰਦਿਆਂ ਨੂੰ ਵੀ ਐਕਸੈਪਟ ਕਰਦੇ ਨੇ, ਜਾਂ ਹਰ ਵਰਗ ਐਕਸੈਪਟ ਕਰਦਾ ਹੈ,
ਤੇ ਸਿੱਖਾਂ ਦੇ ਵਿੱਚੋਂ ਉਭਰੀ ਹੋਈ ਏਦਾਂ ਦੀ ਸੋਚ ਦੇ ਨੂੰ ਰਿਪਰੈਜ਼ੈਂਟ ਕਰਦੇ ਆ ਜਿਹੜੇ ਨੌਜਵਾਨ ਜੇ ਕੋਈ ਕੰਮ ਕਰਨਾ ਚਾਹੁੰਦੇ ਨੇ ਪੰਜਾਬ ਦੇ ਭਲੇ ਲਈ, ਸਟੂਡੈਂਟ ਬੋਡੀ ਦੇ ਭਲੇ ਲਈ, ਯੂਨੀਵਰਸਿਟੀ ਦੇ ਵਿੱਚ ਇੱਕ ਡਾਇਵਰਸਿਟੀ ਲਿਆਉਣਾ ਚਾਹੁੰਦੇ ਨੇ, ਤਾਂ ਸਾਨੂੰ ਉਸ ਨੂੰ ਵੈਲਕਮ ਕਰਨਾ ਚਾਹੀਦਾ। ਹਾਂ, ਜੇ ਉਹ ਉਸ ਦੇ ਆਧਾਰ ਦੇ ਉੱਤੇ ਕੋਈ ਗਲਤ ਨੀਤੀਆਂ ਜਾਂ ਉਹ ਜਿੱਦਾਂ ਕਹਿੰਦੇ ਵੀ ਇੱਕ ਸੰਕੁਚਿਤ ਜਿਹੜੀ ਸੋਚ ਦੇ ਆਧਾਰ ਦੇ ਉੱਤੇ ਵਖਰੇਵਿਆਂ ਵਾਲੀ ਗੱਲ ਕਰਨ ਜਾਂ ਇੱਕ ਨਫ਼ਰਤ ਵਾਲੀ ਗੱਲ ਕਰਨ, ਤੇ ਫਿਰ ਤਾਂ ਅਪੋਜ਼ ਕਰਨਾ ਬਣਦਾ ਹੈਗਾ। ਪਰ ਜੇ ਉਹ ਇੱਕ ਰਿਪਰੈਜ਼ੈਂਟ ਕਰਦੇ ਨੇ, ਹੁਣ ਜਸਵੰਤ ਸਿੰਘ ਖਾਲੜਾ ਨੂੰ ਮੈਂ ਸਮਝਦਾ ਵੀ ਸਮੁੱਚੇ ਪੰਜਾਬੀਆਂ ਨੂੰ ਇੱਕ ਹੀਰੋ ਦੇ ਤੌਰ ਦੇ ਉੱਤੇ ਦੇਖਿਆ ਜਾਣਾ ਚਾਹੀਦਾ ਹੈ ਕਿ ਜਿਸਨੇ ਜਸਟ ਉਹਦੇ ਵਿੱਚ, ਤੇ ਬਾਕੀ ਜਿਹੜੇ ਜਿਨ੍ਹਾਂ ਨੇ ਨਿਆਂ ਦੀ ਲੜਾਈ ਲੜੀ ਹੈ, ਜਿਨ੍ਹਾਂ ਨੂੰ ਅਸੀਂ ਹੀਰੋ ਮੰਨਦੇ ਹਾਂ, ਕਰਤਾਰ ਸਿੰਘ ਸਰਾਭਾ ਨੂੰ ਜਾਂ ਊਧਮ ਸਿੰਘ ਨੂੰ, ਉਸ ਤੋਂ ਕਿਹੜਾ ਘੱਟ ਨੇ ਉਹਨਾਂ ਨੇ ਵੀ ਤਾਂ ਜਸਟਿਸ ਦੀ ਲੜਾਈ ਲੜੀ ਹੈ। ਜਿਹੜਾ ਧੱਕਾ ਕੀਤਾ ਗਿਆ ਉਹਨਾਂ ਪੁਲਿਸ ਵਾਲਿਆਂ ਨੇ, ਜਿਨ੍ਹਾਂ ਨੂੰ ਜਿਸ ਰੀਜ਼ਨ ਕਰਕੇ, ਜਿਸ ਰਾਜਨੀਤਿਕ ਪ੍ਰੈਸ਼ਰ ਥੱਲੇ ਜਿਨ੍ਹਾਂ ਨੇ ਇੱਥੇ ਧੱਕਾ ਕੀਤਾ ਲੋਕਾਂ ਦੇ ਨਾਲ, ਉਸ ਦੇ ਖਿਲਾਫ ਉਹਨੇ ਆਪਣੀ ਆਹੂਤੀ ਦਿੱਤੀ, ਬਲੀਦਾਨ ਦਿੱਤਾ। ਸੋ ਉਸ ਦੇ ਆਧਾਰ ਦੇ ਉੱਤੇ ਜੇ ਕੋਈ ਇਨਸਾਨ ਆਪਣੀ ਗੱਲ ਅੱਗੇ ਪੇਸ਼ ਕਰਨਾ ਚਾਹੁੰਦਾ ਤਾਂ ਸਾਨੂੰ ਵੈਲਕਮ ਕਰਨਾ ਚਾਹੀਦਾ। ਇਹ ਓਪਨ ਕਿਉਂਕਿ ਜੇ ਉਹਨਾਂ ਨੇ ਫੋਟੋ ਲਾ ਕੇ ਕੈਂਪੇਨ ਚਲਾਇਆ, ਜਿੱਤ ਹਾਸਲ ਕੀਤੀ, ਤਾਂ ਹੀ ਅੱਜ ਆਪਾਂ ਵੀ ਇੱਥੇ ਉਹਨਾਂ ਦੀ ਗੱਲ ਕਰ ਰਹੇ ਹਾਂ, ਤਾਂ ਹੀ ਅੱਜ ਆਪਾਂ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਗੱਲ ਕਰ ਰਹੇ ਹਾਂ। ਤੇ ਸ਼ਾਇਦ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹੋਰ ਵੀ ਨੌਜਵਾਨਾਂ ਨੂੰ ਪਤਾ ਲੱਗੇ, ਜਿੱਥੇ ਕਿਹਾ ਜਾਂਦਾ ਕਿ ਨਵੀਂ ਪੀੜ੍ਹੀ ਤਾਂ ਨਸ਼ਿਆਂ 'ਚ ਪੈ ਗਈ, ਇਹਨਾਂ ਨੂੰ ਆਪਦੇ ਇਤਿਹਾਸ ਦਾ ਨਹੀਂ ਪਤਾ, ਤਾਂ ਇੱਕ ਕਦਮ ਜ਼ਰੂਰ ਹੈ ਉਸ ਪਾਸੇ ਨੂੰ। ਹਾਂ, ਬਿਲਕੁਲ ਜੀ, ਬਿਲਕੁਲ। ਇਸ ਗੱਲ ਨੂੰ ਸਾਨੂੰ ਸਮਝਣਾ ਚਾਹੀਦਾ। ਹੁਣ ਸਾਊਥ ਅਫਰੀਕਾ ਦੇ ਵਿੱਚ ਜਦੋਂ ਜਿਹੜਾ ਅਪਾਰਥਾਈਡ, ਜਿਹੜਾ ਗੋਰਿਆਂ ਦਾ ਰਾਜ ਜਦੋਂ ਖਤਮ ਹੋਇਆ, ਤੇ ਉਸ ਤੋਂ ਬਾਅਦ ਰੀਕਨਸੀਲੀਏਸ਼ਨ, ਇੱਕ ਜਿਹੜੀ ਦੁਖੀ ਧਿਰ ਹੁੰਦੀ ਹੈ ਉਹਨੂੰ ਇੱਕ ਜੇ ਸਤਿਕਾਰ ਵਾਲੀ ਥਾਂ ਸਮਾਜ ਦੇ ਵਿੱਚ ਮਿਲਦੀ ਹੈ ਤੇ ਸਮਾਜ ਸਗੋਂ ਮਜ਼ਬੂਤ ਬਣਦਾ। ਇਹਨੂੰ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਦੇਖਿਆ ਜਾਣਾ ਚਾਹੀਦਾ। ਇਹ ਸਗੋਂ ਇਨਸਿਕਿਉਰ ਨਹੀਂ ਹੋਣਾ ਚਾਹੀਦਾ। ਸਾਨੂੰ ਡਰ ਨਹੀਂ ਲੱਗਣਾ ਚਾਹੀਦਾ। ਸਾਨੂੰ ਬੈਠ ਕੇ ਗੱਲ ਪੁੱਛਣੀ ਚਾਹੀਦੀ ਹੈ, ਹਾਂਜੀ ਦੱਸੋ ਜੀ, ਇਸ ਤਸਵੀਰ ਨੂੰ ਅੱਗੇ ਇੱਥੇ ਲਿਆ ਕੇ ਤੁਸੀਂ ਇੱਕ ਆਪਣੀ ਜਿਹੜੀ ਗੱਲ ਪੇਸ਼ ਕਰਨਾ ਚਾਹੁੰਦੇ ਹੋ, ਉਹਦਾ ਪਿਛਲਾ ਪਿਛੋਕੜ ਕੀ ਹੈ, ਸਾਨੂੰ ਦੱਸੋ। ਤੁਸੀਂ ਅੰਡਰਸਟੈਂਡ ਕਰੋਗੇ, ਉਹ ਤੁਹਾਡੀ ਗੱਲ ਸੁਣਨਗੇ, ਤੁਸੀਂ ਉਹਨਾਂ ਦੀ ਗੱਲ ਸੁਣੋ। ਇਹ ਜਿਹੜਾ ਡਾਇਲੌਗ ਹੈ, ਇਹ ਗੁਰੂ ਨਾਨਕ ਦਾ ਮਾਰਗ ਹੈ। ਗੁਰੂ ਨਾਨਕ ਸਾਹਿਬ ਨੇ ਪੰਜਾਬ ਦੀ ਧਰਤੀ ਦੇ ਉੱਤੇ ਆਪਣੇ ਧਰਮ ਨੂੰ, ਆਪਣੇ ਮਾਰਗ ਨੂੰ ਸਮਝਾਉਣ ਦਾ ਤਰੀਕਾ ਹੀ ਇਹ ਦੱਸਿਆ ਸੀ ਵੀ ਆਪਾਂ ਸਾਰੇ ਮਿਲ ਕੇ ਬੈਠੀਏ। ਉਸੇ ਚੀਜ਼ ਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਈ। ਅਸੀਂ ਜਦੋਂ ਤੱਕ ਇਕੱਠੇ ਬੈਠ ਕੇ ਡਾਇਲੌਗ ਨਹੀਂ ਕਰਾਂਗੇ, ਤਦ ਤੱਕ ਅਸੀਂ ਪੰਜਾਬ ਦੀਆਂ ਜਿਹੜੀਆਂ ਕਠਿਨਾਈਆਂ ਨੇ, ਮੁਸ਼ਕਲਾਂ ਨੇ, ਉਹਨਾਂ ਦਾ ਹੱਲ ਨਹੀਂ ਲੱਭ ਸਕਦੇ। ਜੋ ਮਰਜ਼ੀ ਕਰ ਲਈਏ, ਸਾਨੂੰ ਇਕੱਠਿਆਂ ਕੰਮ ਕਰਨਾ ਪੈਣਾ। ਜਿਸ ਕਿਸਮ ਦੀ ਸੋਚ ਦੇ ਬੰਦੇ ਲੋਕ ਤੁਹਾਡੇ ਨਾਲ ਆ ਕੇ ਉੱਥੇ ਆਪਣੀ ਗੱਲ ਪੇਸ਼ ਕਰਨਾ ਚਾਹੁੰਦੇ ਨੇ, ਸਾਨੂੰ ਸੁਣਨਾ ਚਾਹੀਦਾ ਉਹਨਾਂ ਨੂੰ। ਫਿਰ ਭਾਵੇਂ ਉਹ ਇਕਬਾਲ ਸਿੰਘ ਢਿੱਲੋਂ ਹੀ ਹੋਣ। ਬਿਲਕੁਲ। ਮੈਂ ਤਾਂ ਤੁਹਾਨੂੰ, ਤੁਸੀਂ ਮੈਨੂੰ ਕਿਹਾ ਕਿ ਤੁਸੀਂ ਉਹਨਾਂ ਨਾਲ ਡਿਬੇਟ ਕਰਨਾ ਚਾਹੋਗੇ, ਤੇ ਮੈਂ ਉਹਦੇ ਤੋਂ ਭੱਜਿਆ ਨਹੀਂ। ਮੈਂ ਤਾਂ ਹੁਣ ਵੀ ਆਪਣੀ ਗੱਲ ਮੈਂ ਪੇਸ਼ ਕਰ ਰਿਹਾ। ਮੈਂ ਤਾਂ ਵੈਲਕਮ ਕਰਾਂਗਾ ਜੇ ਮੈਂ ਪੰਜਾਬ ਕਦੀ ਆਇਆ ਤੇ ਇਕਬਾਲ ਸਿੰਘ ਢਿੱਲੋਂ ਉਹਨਾਂ ਦੇ ਸਾਹਮਣੇ ਬੈਠ ਕੇ ਗੱਲ ਕਰ ਲਾਂਗਾ, ਔਰ ਗੁਰਬਾਣੀ ਦੇ ਆਧਾਰ ਦੇ ਉੱਤੇ ਕਰਾਂਗਾ, ਸਿੱਖ ਇਤਿਹਾਸ ਦੇ ਆਧਾਰ ਦੇ ਉੱਤੇ ਕਰਾਂਗਾ। ਫਿਰ ਉਹਨਾਂ ਨੇ ਕਈ ਗੱਲਾਂ ਜਿਹੜੀਆਂ ਤੁਹਾਡੇ ਸ਼ੋਅ ਦੇ ਉੱਤੇ ਪੇਸ਼ ਕੀਤੀਆਂ ਕਿ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਗੁਰੂ ਬਣਾਇਆ ਨਹੀਂ ਹੈ, ਇਹ ਵੀ ਦੇਖੋ ਬਿਨਾਂ ਸਿਰ ਪੈਰ ਦੇ ਉੱਤੇ ਗੱਲਾਂ ਪੇਸ਼ ਕਰ ਰਹੇ ਨੇ। ਫਿਰ ਇੱਕ ਪਾਸੇ ਜਿਹੜਾ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜੀ ਨਾ ਕੋ ਹਿੰਦੂ ਨਾ ਮੁਸਲਮਾਨ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ। ਮੈਂ ਉਹਨਾਂ ਨੂੰ ਪੁੱਛਾਂ, ਤਾਂ ਤੁਹਾਨੂੰ ਵੀ ਪੁੱਛਦਾ ਕਰਨ ਜੀ, ਇਹ ਕਿੱਥੋਂ ਉਹਨਾਂ ਨੇ ਪੜ੍ਹਿਆ? ਆਖਿਰਕਾਰ ਇਹ ਜਿਹੜੀ ਗੱਲ ਹੈ, ਇਹ ਵੀ ਤਾਂ ਜਨਮ ਸਾਖੀਆਂ ਤੋਂ ਆਈ ਹੋਈ ਗੱਲ ਹੈ। ਨਾ ਕੋ ਹਿੰਦੂ ਨਾ ਮੁਸਲਮਾਨ, ਇਹ ਜਿਹੜਾ ਇੱਕ ਸੈਂਟੈਂਸ ਹੈ, ਇਹ ਜਿਹੜਾ ਵਾਕ ਹੈ, ਇਹ ਕਿੱਥੋਂ ਕਿੱਥੋਂ ਸੋਰਸ ਹੈ ਇਹਦੀ? ਕਿਤੇ ਕੋਈ ਤੁਸੀਂ ਕਹਿ ਰਹੇ ਹੋ ਕਿ ਕੋਈ ਗੱਲ ਚੱਕ ਰਿਹਾ, ਕੋਈ ਛੱਡ ਰਿਹਾ। ਹਾਂਜੀ, ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਇਕਬਾਲ ਸਿੰਘ ਢਿੱਲੋਂ ਕੋਈ ਗੱਲ ਨੂੰ ਚੱਕ ਰਹੇ ਆ, ਕਿਸੇ ਨੂੰ ਛੱਡ ਰਹੇ ਆ, ਮਰਜ਼ੀ ਕਰ ਰਹੇ ਆ। ਹਾਂ, ਤੁਸੀਂ ਦੇਖੋ ਗੁਰੂ ਸਾਹਿਬ ਜੀ ਨੇ ਫਿਰ ਉਹਨਾਂ ਨੇ ਇਹਦੀ ਇੰਟਰਪ੍ਰੀਟੇਸ਼ਨ ਇਹ ਦਿੱਤੀ ਕਿ ਜੀ ਗੁਰੂ ਸਾਹਿਬ ਜੀ ਨੇ ਕਿਹਾ ਨਾ ਕੋ ਹਿੰਦੂ ਨਾ ਮੁਸਲਮਾਨ, ਨਾ ਹਿੰਦੂ ਧਰਮ ਹੋਣਾ ਚਾਹੀਦਾ, ਨਾ ਮੁਸਲਮਾਨ ਧਰਮ ਹੋਣਾ ਚਾਹੀਦਾ। ਇਹ ਬਿਲਕੁਲ ਸਰਾਸਰ ਗਲਤ ਗੱਲ ਹੈ, ਕਿਉਂਕਿ ਮੈਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹੀ ਉਚਾਰੇ ਹੋਏ ਸ਼ਬਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ੍ਹ ਕੇ ਸੁਣਾ ਦਿੰਦਾ ਕਿ ਉਹਨਾਂ ਨੇ ਮੁਸਲਮਾਨਾਂ ਨੂੰ ਕੀ ਕਿਹਾ ਕਿ ਕਿੱਦਾਂ ਦੇ ਮੁਸਲਮਾਨ ਬਣੋ। ਸੋ ਇਹਦਾ ਮਤਲਬ ਇਹ ਤਾਂ ਨਹੀਂ ਕਹਿ ਰਹੇ ਕਿ ਤੁਸੀਂ ਮੁਸਲਮਾਨ ਅੱਜ ਤੋਂ ਆਪਣੇ ਆਪ ਨੂੰ ਕਹਿਣਾ ਬੰਦ ਕਰ ਦਿਓ, ਤੁਸੀਂ ਕੋਈ ਮੁਸਲਮਾਨ ਮੰਨੋ ਹੀ ਨਾ ਜਾਂ ਮੁਸਲਮਾਨ ਬਣੋ ਹੀ ਨਾ, ਇਹ ਨਹੀਂ ਆਖਿਆ ਤੁਸੀਂ, ਇਹ ਕਹਿ ਰਹੇ। ਹਾਂਜੀ, ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਧਰਮ ਸੁਨਤ ਸੀਲ ਰੋਜ਼ਾ ਹੋਏ ਮੁਸਲਮਾਨ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਟਲੀਸਟ 5-6 ਸ਼ਬਦ ਖਾਸ ਮੁਸਲਮਾਨ ਕਿੱਦਾਂ ਦੇ ਹੋਣੇ ਚਾਹੀਦੇ ਨੇ, ਕਿੱਦਾਂ ਦੇ ਪੰਜ ਨਿਵਾਜ਼ਾ ਵਕਤ ਪੰਜੇ ਨਾਓ, ਹਾਂਜੀ ਹੋਏ
ਕਹਿ ਸਕਦੇ ਇਕਬਾਲ ਸਿੰਘ ਢਿੱਲੋਂ ਅਕਸਰ ਕਾਊਂਟਰ ਇਹ ਕਰਦੇ ਕਿ ਇਹ ਹੋਣੇ ਨਹੀਂ ਚਾਹੀਦੇ, ਇਦਾਂ ਦੇ ਹੈਗੇ ਸੀ। ਜਦੋਂ ਉਹ ਗਏ ਉਹਨਾਂ ਨੇ ਜੋ ਦੇਖਿਆ ਵੀ ਜਿਹੜੇ ਸਹੀ ਸੀ ਉਹ ਇਦਾਂ ਦੇ ਹੁੰਦੇ ਸੀ, ਤਾਂ ਉਹਨਾਂ ਨੇ ਉਹਨੂੰ ਰਿਕਾਰਡ ਕੀਤਾ ਐਜ਼ ਅ ਮੈਟਰ ਆਫ ਫੈਕਟ। ਜਿੱਥੇ ਜੋਗੀਆਂ ਕੋਲ ਗਏ ਨੇ ਉੱਥੇ ਜੋਗੀ ਨੂੰ ਕਿਹਾ ਕਿ ਭਾਈ ਜੋਗੀ ਏਦਾਂ ਦਾ ਹੋਣਾ ਚਾਹੀਦਾ। ਜਿੱਥੇ ਪੰਡਤਾਂ ਕੋਲ ਗਏ ਨੇ ਪੰਡਤੋ ਤੁਸੀਂ ਏਦਾਂ ਦੇ ਬਣੋ। ਹਾਂਜੀ, ਜਿੱਥੇ ਬ੍ਰਾਹਮਣ ਕੋਲ ਗਏ ਨੇ ਉਹਨੂੰ ਬ੍ਰਾਹਮਣ ਨੂੰ ਸਮਝਾਇਆ ਕਿ ਅਸਲੀ ਬ੍ਰਾਹਮਣ ਕੌਣ ਹੈਗਾ। ਇਸ ਤਰ੍ਹਾਂ ਜੇ ਕਿਸਾਨ ਕੋਲ ਗਏ ਨੇ ਕਿਸਾਨ ਨੂੰ ਕਿਹਾ, ਡਾਕਟਰ ਕੋਲ ਗਏ ਨੇ ਤੇ ਡਾਕਟਰ ਨੂੰ ਕਿਹਾ ਵੀ ਅਸਲੀ ਡਾਕਟਰ ਤਾਂ ਤੂੰ ਅਸਲੀ ਰੋਗ ਦਾ ਤਾਂ ਇਲਾਜ ਹੀ ਨਹੀਂ ਕਰ ਰਿਹਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੋਈ ਇੱਥੇ ਆ ਕੇ ਤਹਿਸ ਨਹਿਸ ਨਹੀਂ ਕੀਤਾ ਸਾਰੇ ਸਿਸਟਮ ਨੂੰ। ਉਹਨਾਂ ਨੇ ਆਪਣੀ ਗੱਲ ਪੇਸ਼ ਕੀਤੀ ਹੈ, ਪਰ ਜੋ ਉਸ ਵੇਲੇ ਜੋ ਵਿਭਿੰਨਤਾ ਸੀਗੀ ਸਮਾਜ ਦੀ ਉਸ ਨੂੰ ਸਹੀ ਤਰਤੀਬ ਦੇਣ ਲਈ ਉਹਨਾਂ ਨੇ ਸਾਰਿਆਂ ਨੂੰ ਆਪਣਾ ਇੱਕ ਸਾਂਝਾ ਉਪਦੇਸ਼ ਸਾਰਿਆਂ ਨੂੰ ਦਿੱਤਾ। ਪਰ ਨਾਲ ਦੀ ਨਾਲ ਜਿਹੜੀ ਗੱਲ ਸਭ ਤੋਂ ਵੱਡੀ ਜ਼ਰੂਰੀ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਜੇ ਇਸ ਗੱਲ ਨੂੰ ਅਸੀਂ ਫਰਮ ਰੂਟ ਦੇ ਉੱਤੇ ਇੱਕ ਉਹਦੀ ਜੜ ਨਹੀਂ ਅੱਜ ਤੋਂ ਜੀ ਬੀਜ ਨਹੀਂ ਲਾਉਂਦੇ ਕਿਸੇ ਇਸ ਜਿਹੜਾ ਜੋ ਉਹਨਾਂ ਨੇ ਉਪਦੇਸ਼ ਦਿੱਤਾ ਸੀ ਉਹਨੂੰ ਅੱਗੇ ਚਲਾਉਣ ਵਾਲਾ ਜੇ ਕੋਈ ਨਾ ਹੋਇਆ ਤੇ ਉਹਨਾਂ ਦੀ ਗੱਲ ਉੱਡ ਪੁੱਡ ਜਾਣੀ ਹੈ। ਕਿਉਂਕਿ ਹੁਣ ਜੇ ਤੁਸੀਂ ਕੰਪੇਅਰ ਕਰੋ ਕਬੀਰ ਪੰਥ ਹੈ ਜਿਹੜਾ, ਉਹ ਕਬੀਰ ਪੰਥ ਅੱਗੇ ਨਹੀਂ ਉਸ ਤਰ੍ਹਾਂ ਵਿਕਾਸ ਹੋਇਆ ਜਿਸ ਤਰ੍ਹਾਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਧਰਮ ਦਾ ਵਿਕਾਸ ਹੋਇਆ। ਕਿਉਂਕਿ ਇਹੀ ਕਾਰਨ ਸੀ ਕਿ ਗੁਰੂ ਸਾਹਿਬਾਨ ਨੇ ਸਹੀ ਸਮਝਿਆ ਬਾਬਾ ਨਾਨਕ ਨੇ ਕਿ ਅੱਗੇ ਪੀੜ੍ਹੀ ਤੋਰੀ ਜਾਵੇ ਗੁਰੂਆਂ ਦੀ। ਬਿਲਕੁਲ ਦੇਖੋ ਜੀ, ਦ ਵੈਰੀ ਫੈਕਟ ਇਹ ਜਿਹੜਾ ਸਭ ਤੋਂ ਜਿਹੜਾ ਮੋਸਟ ਇੰਪੋਰਟੈਂਟ ਤੱਥ ਸਾਨੂੰ ਸਮਝਣ ਦੀ ਲੋੜ ਹੈ ਕਿ ਭਾਈ ਲਹਿਣੇ ਨੂੰ 7 ਸਾਲ ਆਪਣੇ ਸਾਹਮਣੇ ਇੱਕ ਤਿਆਰੀ ਕਰਾ ਕੇ ਉਸ ਇਨਸਾਨ ਨੂੰ ਗੁਰੂ ਅੰਗਦ ਦਾ ਇੱਕ ਖਿਤਾਬ ਦੇ ਕੇ ਹਾਂਜੀ ਫਿਰ ਉਹਨੂੰ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਕਈ ਦਿਨ ਉਹ ਇਸ ਸੰਸਾਰ ਦੇ ਵਿੱਚ ਰਹੇ ਤੇ ਉਹਨਾਂ ਨੇ ਕਿਹਾ ਵੀ ਅੱਜ ਤੋਂ ਗੁਰੂ ਅੰਗਦ ਹੈ, ਮੈਂ ਨਹੀਂ। ਹਾਂਜੀ, ਕਿਉਂਕਿ ਇਹ ਫਿਰ ਦੇਖੋ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਅਥਾਰਟੀ ਦੇ ਦੇਣੀ ਕਿ ਅੱਜ ਤੋਂ ਬਾਅਦ ਨਾਨਕ ਨਾਮ ਜਿਹੜਾ ਹੈ ਵਰਡ ਹੈ ਉਹ ਗੁਰੂ ਅੰਗਦ ਆਪਣੀ ਬਾਣੀ ਦੇ ਵਿੱਚ ਯੂਜ਼ ਕਰਦੇ ਨੇ। ਉਹੀ ਵਰਡ ਫਿਰ ਅਮਰਦਾਸ ਜੀ ਵਰਤਦੇ ਨੇ। ਫਿਰ ਇਹ ਗੱਲ ਕਲੀਅਰਲੀ ਹੁੰਦੀ ਹੈ ਕਿ ਜਿਹੜੀ ਧੁਰ ਕੀ ਬਾਣੀ ਆ ਰਹੀ ਹੈ ਉਹ ਗੁਰੂ ਨਾਨਕ ਦੇ ਰੂਪ ਦੇ ਵਿੱਚੋਂ ਸ਼ੁਰੂ ਹੋਈ ਹੈ, ਪਰ ਉਹ ਬਾਣੀ ਫਿਰ ਮੈਂ ਸਵਾਲ ਕਰਨਾ ਚਾਹੂੰਗਾ, ਬਹੁਤ ਪੁਰਾਣਾ ਸਵਾਲ ਹੈ, ਬਹੁਤ ਵਾਰ ਪੁੱਛਿਆ ਗਿਆ, ਖਾਸ ਤੌਰ ਤੇ ਜਿਹੜੀਆਂ ਲੈਫਟ ਧਿਰਾਂ ਨੇ ਉਹ ਵਾਰ-ਵਾਰ ਇਹ ਸਵਾਲ ਜ਼ਰੂਰ ਚੁੱਕਦੀਆਂ ਨੇ ਕਿ ਸਿੱਖੀ ਦੇ ਵਿੱਚ ਜਾਤ ਪਾਤ ਦਾ ਖੰਡਨ ਹੋਇਆ, ਪਰ ਜਿਵੇਂ ਜਿਵੇਂ ਗੱਦੀ ਤੋਰੀ ਗਈ ਉਹ ਕਿਤੇ ਨਾ ਕਿਤੇ ਉੱਥੋਂ ਤੱਕ ਹੀ ਸੀਮਿਤ ਰਹਿ ਗਈ। ਉੱਥੋਂ ਕਿਉਂ ਨਹੀਂ ਜਾਤਾਂ ਦੇ ਵਿੱਚੋਂ ਬਾਹਰ ਜਾਇਆ ਗਿਆ? ਇਹ ਠੀਕ ਹੈ, ਸਵਾਲ ਜ਼ਰੂਰ ਉੱਠਦਾ ਹੈ, ਪਰ ਨਾਲ ਦੀ ਨਾਲ ਜੇ ਆਪਾਂ ਕਨਸੈਪਟ ਰੂਪ ਦੇ ਵਿੱਚ ਦੇਖੀਏ ਤੇ ਕਨਸੈਪਚੁਅਲੀ ਉਹਨਾਂ ਨੇ ਜਿਹੜੇ ਲਫ਼ਜ਼ ਕਹੇ ਨੇ ਜੋ ਉਹਨਾਂ ਨੇ ਗੁਰਬਾਣੀ ਦੇ ਵਿੱਚ ਅੰਕਿਤ ਕੀਤੇ ਨੇ ਉਹਦੇ ਵਿੱਚ ਜਾਤ ਪਾਤ ਨੂੰ ਪੂਰਾ ਉਹਨਾਂ ਨੇ ਕੰਡੈਮ ਕੀਤਾ, ਖੰਡਨ ਕੀਤਾ ਇਸ ਗੱਲ ਨੂੰ। ਪਰ ਤੁਸੀਂ ਉਸ ਵੇਲੇ ਦੇ ਹਾਲਾਤ ਦੇਖੋ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਦੋਂ ਸਫ਼ਰ ਸ਼ੁਰੂ ਹੁੰਦਾ ਹੈ, ਜਦੋਂ ਉਹਨਾਂ ਨੇ ਆਪਣੀ ਜਨੇਊ ਦੀ ਗੱਲ ਤੋਂ ਹੀ ਉਸ ਤੋਂ ਬਾਅਦ ਹੀ ਉਹਨਾਂ ਦੀ ਆਪੋਜੀਸ਼ਨ ਸ਼ੁਰੂ ਹੋਈ ਹੈ, ਘਰੋਂ ਆਪੋਜੀਸ਼ਨ ਹੋਈ ਹੈ। ਹਾਂਜੀ, ਉਹਨਾਂ ਦੇ ਜਿੱਥੇ ਉਹ ਰਹਿੰਦੇ ਸੀਗੇ ਉੱਥੇ ਲੋਕ ਅਪੋਜ਼ ਕਰਨ ਆਏ ਨੇ ਉਹਨਾਂ ਨੂੰ। ਕੋਈ ਆਖੇ ਭੂਤਨਾ ਕੋਈ ਬੇਤਾਲਾ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਆਪਣੀ ਬਾਣੀ ਦੇ ਵਿੱਚ ਲਿਖਿਆ। ਸੋ ਇਸ ਕਿਸਮ ਦੇ ਪ੍ਰੈਸ਼ਰ ਦੇ ਥੱਲੇ ਫਿਰ ਘਰ ਦੇ ਵਿੱਚ ਹੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਜਿਹੜਾ ਬੇਟਾ ਸੀ ਪ੍ਰੀਤੀ ਚੰਦ ਨੇ ਉਹਨੇ ਕਿੰਨਾ ਅਪੋਜ਼ ਕੀਤਾ ਗੁਰੂ ਅਰਜਨ ਦੇਵ ਜੀ ਨੂੰ। ਹਾਂਜੀ, ਸੋ ਦੇਖ ਸਕਦੇ ਹੋ ਕਿ ਇਹ ਜਿਹੜਾ ਇੱਕ ਜਿਸ ਕਿਸਮ ਦੇ ਇੱਕ ਪ੍ਰੈਸ਼ਰ ਦੇ ਵਿੱਚੋਂ ਉੱਥੇ ਰਾਜਨੀਤਿਕ ਪਾਵਰ ਇੰਨੀ ਸਟਰੋਂਗ ਹੈ ਜਿਹਦੇ ਵਿੱਚ ਜਹਾਂਗੀਰ ਇੰਨਾ ਜ਼ਾਲਮ ਜਿਹੜਾ ਹੈਗਾ ਮੁਗਲ ਰਾਜ ਜਿਹੜਾ ਉਹਦਾ ਹੈ ਉਹਦੇ ਵਿੱਚ ਉਹ ਕਿਸੇ ਨੂੰ ਚੱਲਣ ਨਹੀਂ ਦੇ ਰਿਹਾ। ਉਹਦੇ ਨਾਲ ਜਿਹੜੇ ਕੱਟੜਵਾਦੀ ਮੁਸਲਮਾਨ ਪੰਥ ਜਿਹੜੇ ਧਿਰਾਂ ਸੀਗੀਆਂ, ਸ਼ੇਖ ਅਹਿਮਦ ਸਰਹੰਦੀ ਜੀ ਦੀ ਮਜ਼ਾਰ ਸਰਹੰਦ ਦੇ ਵਿੱਚ ਹੈ, ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀਗਾ ਵੀ ਜਿਹੜੀ ਵਿਭਿੰਨਤਾ ਹੈ ਧਾਰਮਿਕ ਵਿਭਿੰਨਤਾ ਇਹਨੂੰ ਖਤਮ ਕੀਤਾ ਜਾਵੇ। ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਇਹ ਜਿਹੜਾ ਇਹ ਧਰਮ ਕਿਸੇ ਤਰੀਕੇ ਨਾਲ ਸਰਵਾਈਵ ਕਰਦਾ ਗਿਆ, ਚੱਲਦਾ ਗਿਆ। ਔਰ ਉਹਦਾ ਵੱਡਾ ਕਾਰਨ ਹੈ ਕਿ ਦਰਬਾਰ ਸਾਹਿਬ ਇੱਕ ਉਸ ਕਿਸਮ ਦੀ ਉਹਦੀ ਉਸਾਰੀ ਕੀਤੀ ਗਈ ਤੇ ਆਦਿ ਗ੍ਰੰਥ ਦਾ ਉੱਥੇ ਪ੍ਰਕਾਸ਼ ਹੋਇਆ। ਇਹ ਸੀਲ ਕਰ ਗਿਆ ਕਿ ਅੱਜ ਤੋਂ ਬਾਅਦ ਇਸ ਧਰਮ ਨੂੰ ਹਿਲਾਇਆ ਨਹੀਂ ਜਾ ਸਕਦਾ। ਸੋ ਉਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਗੁਰਗੱਦੀ ਨੂੰ ਅੱਗੇ ਤੋਰਨ ਦਾ ਜਿਹੜਾ ਸਾਰਾ ਕਨਸੈਪਟ ਸੀਗਾ ਉਹਨੂੰ ਕਲੀਅਰਲੀ ਤੁਸੀਂ ਸਮਝ ਸਕਦੇ ਹੋ ਵੀ ਕਿਸ ਕਿਸਮ ਦੇ ਪ੍ਰੈਸ਼ਰਸ ਦੇ ਵਿੱਚੋਂ ਗੁਰੂ ਸਾਹਿਬਾਨ ਲੰਘੇ ਨੇ ਤੇ ਕਿਸ ਨੂੰ ਇੱਕ ਸਵਾਲ ਮੈਂ ਮੇਰੇ ਜ਼ਿਹਨ ਦੇ ਵਿੱਚੋਂ ਨਿਕਲ ਨਾ ਜਾਏ ਮੈਂ ਤਾਂ ਕਰਨਾ ਚਾਹੁੰਦਾ। ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ, ਪਤਾ ਨਹੀਂ ਤੁਸੀਂ ਹਾਲੇ ਦੇਖੀ ਜਾਂ ਨਹੀਂ ਦੇਖੀ, ਜਿਹਦੇ ਵਿੱਚ ਦਾੜਾ ਹੈ ਜਿਹੜਾ
ਉਹ ਇੱਕ ਗੁਰੂ ਸਾਹਿਬਾਨ ਦੀ ਤਸਵੀਰ ਹੈ, ਦਾੜਾ ਹੈ ਜਿਹੜਾ ਉਹ ਕਿਸੇ ਹੋਰ ਦੇ ਪੈਰਾਂ ਦੇ ਨਾਲ ਲਾਇਆ ਜਾ ਰਿਹਾ, ਜਿਸ ਦਾ ਜ਼ਿਕਰ ਵੀ ਹੈ, ਇਸ ਚੀਜ਼ ਦਾ ਇੱਕ ਮੁਲਾਕਾਤ ਦਾ ਜ਼ਿਕਰ ਹੈ। ਤਾਂ ਉਸ ਨੂੰ ਲੈ ਕੇ ਵਿਵਾਦ ਬਹੁਤ ਹੋ ਰਿਹਾ ਕਿ ਉਹ ਤਾਂ ਸਿਰਫ ਬੋਲਿਆ ਗਿਆ ਸੀ, ਸੱਚੀ ਕਰ ਨਹੀਂ ਦਿੱਤਾ ਗਿਆ ਸੀ, ਅਜਿਹੀਆਂ ਚੀਜ਼ਾਂ ਕਿਉਂ ਪ੍ਰਚਾਰੀਆਂ ਜਾ ਰਹੀਆਂ ਨੇ? ਤੁਸੀਂ ਦੇਖੀ ਉਹ ਤਸਵੀਰ? ਹਾਂਜੀ, ਮੈਂ ਦੇਖੀ ਹੈ ਜੀ, ਦੇਖੀ ਹੈ। ਦੇਖੋ ਉਹਦੇ ਵਿੱਚ ਵੀ ਅਗੇਨ ਇੱਕ ਜਿਹੜੀਆਂ ਹਿਸਟੋਰੀਕਲ ਜਿਹੜੇ ਸੋਰਸਸ ਨੇ, ਜਿੱਦਾਂ ਸੂਰਜ ਪ੍ਰਕਾਸ਼ ਗ੍ਰੰਥ ਹੈ ਜਾਂ ਹੋਰ ਇਸ ਕਿਸਮ ਦੇ ਜਿਹੜੇ ਕਈ ਹਿਸਟੋਰੀਕਲ ਡਾਕੂਮੈਂਟਸ ਹੈਗੇ ਨੇ, ਜਿਨ੍ਹਾਂ ਵਿੱਚ ਦੱਸੋਗੇ ਉਹ ਕਿਸ ਇਵੈਂਟ ਨੂੰ ਦਰਸਾਇਆ ਗਿਆ ਉਸ ਤਸਵੀਰ ਦੇ ਵਿੱਚ? ਇਹ ਹੈ ਕਿ ਸ੍ਰੀ ਚੰਦ ਜੀ ਦਰਬਾਰ ਸਾਹਿਬ ਉਸ ਵੇਲੇ ਆਏ ਸੀਗੇ ਤੇ ਗੁਰੂ ਰਾਮਦਾਸ ਜੀ, ਹਾਲੇ ਦਰਬਾਰ ਸਾਹਿਬ ਤਾਂ ਨਹੀਂ ਬਣਿਆ ਸੀਗਾ, ਪਰ ਉਹ ਗੁਰੂ ਰਾਮਦਾਸ ਜੀ ਦੇ ਦਰਬਾਰ 'ਚ ਆਏ ਸੀ ਤੇ ਗੁਰੂ ਰਾਮਦਾਸ ਜੀ ਨੇ ਆਊਟ ਆਫ ਰਿਸਪੈਕਟ ਇਹ ਇੱਕ ਜੈਸਚਰ ਕੀਤਾ ਕਿ ਉਹਨਾਂ ਨੇ ਉਹਨਾਂ ਦੇ ਚਰਨ, ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਕੀਤਾ ਨਹੀਂ ਗਿਆ ਸੀ, ਸਿਰਫ ਬੋਲ ਕੇ ਇੱਕ ਭਾਵਨਾ ਵਿਅਕਤ ਕੀਤੀ ਗਈ ਸੀ ਤੇ ਤਸਵੀਰ ਬਣਾਉਣੀ ਗਲਤ ਆ। ਜਿਹੜੇ ਕੇਸਾਂ ਪਿੱਛੇ ਗੁਰੂ ਸਾਹਿਬਾਨਾਂ ਨੇ ਇੰਨਾ ਕੁਝ ਵਾਰ ਦਿੱਤਾ, ਉਹ ਇਸ ਤਰੀਕੇ ਕਿਉਂ ਦਿਖਾ ਰਹੇ ਹੋ? ਇਹ ਵੀ ਇੱਕ ਮਤਲਬ ਡਿਸਫਿਗਰ ਕਰ ਚੀਜ਼ ਨੂੰ ਬ੍ਰਾਹਮਣਵਾਦ ਵੱਲ ਤੁਰਿਆ ਜਾ ਰਿਹਾ। ਏਦਾਂ ਦੀ ਕੋਈ ਗੱਲ ਨਹੀਂ। ਇਹ ਤਾਂ ਹੁਣ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈਗਾ, ਕੇਸਾਂ ਕਾ ਕਰ ਝਵਰ ਚਲਾਵਾਂ ਚਰਨ ਧੂੜ ਮੁਖ ਲਾਈ, ਵੀ ਕੇਸਾਂ ਦਾ ਮੈਂ ਚੌਰ ਤੇ ਤੁਹਾਡੇ ਇਹ ਵਾਹਿਗੁਰੂ ਜਿਹੜਾ ਮੈਨੂੰ ਪਰਮਾਤਮਾ ਨਾਲ ਮਿਲਾਵੇ, ਮੈਂ ਉਹਦਾ ਆਪਣੇ ਕੇਸਾਂ ਨਾਲ ਉਹਦਾ ਚੌਰ ਚਲਾਵਾਂ। ਹੁਣ ਇਹ ਇੱਕ ਐਕਸਪ੍ਰੈਸ਼ਨ ਹੈ, ਉਹ ਐਕਸਪ੍ਰੈਸ਼ਨ ਨੂੰ ਇੱਕ ਢੰਗ ਤਰੀਕੇ ਨਾਲ ਕਿਸੇ ਨੇ ਪੇਸ਼ ਕਰ ਦਿੱਤਾ, ਜਾਂ ਉਹ ਇੱਕ ਸਾਖੀ ਜਿਹੜੀ ਕਿਸੇ ਹਿਸਟੋਰੀਕਲ ਸੋਰਸਿਸ ਤੋਂ ਆਈ ਹੋਈ ਹੈ ਉਹਨੂੰ ਡਿਪਿਕਟ ਕੀਤਾ। ਉਹਦੇ ਲਈ ਵੀ ਕੋਈ ਇੰਨਾ ਸਾਨੂੰ ਬਹੁਤ ਜ਼ਿਆਦਾ ਥ੍ਰੈਟਨਡ ਨਹੀਂ ਫੀਲ ਕਰਨਾ ਚਾਹੀਦਾ। ਇਟਸ ਆਰਟਿਸਟ ਦੀ ਕਿਸੇ ਨੇ ਲਗਾ ਦਿੱਤੀ ਹੈ, ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਨਾ ਇੱਕ ਜਿਹੜਾ ਅਰਪਣ ਹੋ ਜਾਣਾ, ਕਿਸ ਐਕਸਟ੍ਰੀਮ ਤੱਕ ਅਰਪਣ ਹੋ ਜਾਣਾ, ਬਿਨ ਸਿਰ ਸੇਵ ਕਰੀਜੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ, ਮੈਨੂੰ ਜੇ ਕੋਈ ਬੰਦਾ ਮੈਨੂੰ ਕੋਈ ਪਰਮਾਤਮਾ ਦੇ ਮਾਰਗ ਦੇ ਉੱਤੇ ਪਾਵੇ ਤੇ ਮੈਂ ਆਪਣਾ ਸਿਰ ਵੱਢ ਕੇ ਉਹਨੂੰ ਬੈਠਣ ਲਈ ਥਾਂ ਦੇਵਾਂ। ਹੁਣ ਜੇ ਤੁਸੀਂ ਉੱਥੇ ਇੱਕ ਫੋਟੋ ਜੀ ਏਦਾਂ ਦੀ ਬਣਾ ਦਿਓ ਕਿ ਗੁਰੂ ਨਾਨਕ ਦੇਵ ਜੀ ਸਿਰ ਕੱਟ ਕੇ ਕਿਸੇ ਨੂੰ ਬਿਠਾ ਰਹੇ ਨੇ, ਤੇ ਇਹ ਉਹਦੇ ਵਿੱਚ ਵੀ ਗਲਤੀ ਹੈ। ਪਰ ਮੈਂ ਕਿਉਂਕਿ ਕਈ ਲੋਕਾਂ ਨੂੰ ਜਿਨ੍ਹਾਂ ਨੂੰ ਮੰਨ ਲਓ ਇਤਿਹਾਸ ਹੀ ਨਹੀਂ ਪਤਾ, ਉਹ ਤਸਵੀਰ ਦੇਖ ਕੇ ਫਿਰ ਇਸ ਨੂੰ ਨਰਾਦਰ ਵੀ ਸਮਝ ਸਕਦੇ ਆ, ਕਿਉਂਕਿ ਜਿਹੜੀ ਤਸਵੀਰ ਦੇ ਵਿੱਚ ਸਾਹਮਣੇ ਡਿਪਿਕਸ਼ਨ ਕੀਤੀ ਗਈ ਆ, ਉਹ ਏਦਾਂ ਵੀ ਲੱਗ ਰਿਹਾ ਕਿ ਉਹ ਕੋਈ ਹਿੰਦੂ ਚਿਹਰਾ ਜਿਵੇਂ ਉਸ ਤਰੀਕੇ ਡਿਪਿਕਟ ਕੀਤਾ ਗਿਆ। ਹਾਲਾਂਕਿ ਸ਼੍ਰੀ ਚੰਦ ਹੋਣਾ ਦੀ ਇਸ ਤਰੀਕੇ ਦੀ ਜ਼ਰੂਰ ਉਹਨਾਂ ਦੀ ਮਤਲਬ ਢਾਲਣਾ ਵੀ ਸੀ, ਪਰ ਉਸ ਦੇ ਵਿੱਚ ਲੱਗ ਨਹੀਂ ਰਿਹਾ ਨਾ, ਏਦਾਂ ਡਿਪਿਕਟ ਕੀਤਾ ਗਿਆ। ਤਾਂ ਕਿ ਸ੍ਰੀ ਚੰਦ ਸਾਡੇ ਮੇਨ ਸਟ੍ਰੀਮ ਦਾ ਹਿੱਸਾ ਨਹੀਂ ਹੈਗੇ। ਸ੍ਰੀ ਚੰਦ ਹੋਣਾ ਨੇ ਆਪਣਾ ਇੱਕ ਮਾਰਗ ਚਲਾਇਆ ਸੀ, ਜਿਸ ਨੂੰ ਰਿਸਪੈਕਟ ਦਿੱਤੀ ਗਈ ਗੁਰੂ ਸਾਹਿਬਾਨ ਵੱਲੋਂ, ਪਰ ਜਿਹੜਾ ਸਿੱਖੀ ਦਾ ਮਾਰਗ ਉਹ ਵੱਖਰਾ ਹੈ। ਸਿੱਖੀ ਦੇ ਮਾਰਗ ਦੇ ਵਿੱਚ ਇੱਕ ਸਤਿਕਾਰ ਵਜੋਂ ਜੇ ਉਹਨਾਂ ਨੂੰ ਸਤਿਕਾਰ ਦਿਖਾਇਆ ਗਿਆ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਅਸੀਂ ਹੁਣ ਸ੍ਰੀ ਚੰਦ ਨੂੰ ਉੱਪਰ ਚੜਾਉਣ ਲਈ ਅਸੀਂ ਉਸ ਕਿਸਮ ਦੀਆਂ ਫੋਟੋਆਂ ਪਪੂਲਰ ਕਰੀਏ। ਸੋ ਉਹ ਵੀ ਇੱਕ ਠੀਕ ਨਹੀਂ ਹੈ ਢੰਗ ਤਰੀਕਾ। ਪਰ ਜਿਹੜਾ ਇਸ ਗੱਲ ਨੂੰ ਸਮਝਣਾ ਵੀ ਬੜਾ ਜ਼ਰੂਰੀ ਹੈ ਕਿ ਇਹ ਕਿਸ ਤਰ੍ਹਾਂ ਕਿਹੜੀਆਂ ਸੋਰਸਿਸ ਤੋਂ ਆ ਰਿਹਾ ਹੈਗਾ। ਸੋ ਇਸ ਗੱਲ ਨੂੰ ਮੈਂ ਸਮਝਦਾ ਵੀ ਬੜੇ ਕੇਅਰਫੁਲੀ ਜਿਹੜੇ ਆਰਟਿਸਟ ਨੇ ਉਹ ਵੀ ਧਿਆਨ ਦੇਣ, ਤੇ ਜਿਹੜਾ ਅਸੀਂ ਇੱਕਦਮ ਰਿਐਕਟ ਕਰਦੇ ਹਾਂ ਉਹ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ ਜੀ। ਇੱਕ ਆਖਰੀ ਮੈਂ ਸਵਾਲ ਕਰੂੰਗਾ, ਕਲੋਜ਼ਿੰਗ ਆਰਗੂਮੈਂਟਸ ਲਵਾਂਗੇ ਕਿਉਂਕਿ ਸਮਾਂ ਵੀ ਥੋੜਾ। ਤਾਂ ਉਹ ਇੱਕੋ ਹੀ ਜਿਹੜੀ ਟਿੱਪਣੀ ਸ਼ਾਇਦ ਰਹਿ ਗਈ ਇਕਬਾਲ ਸਿੰਘ ਢਿੱਲੋਂ ਹੋਣਾ ਨਾਲ, ਜਦੋਂ ਉਸ ਦਿਨ ਗੱਲ ਹੋਈ ਸੀ ਉਸ ਉੱਤੇ ਆਪਾਂ ਅੱਜ ਗੱਲ ਨਹੀਂ ਕੀਤੀ, ਕਿ ਉਹ ਕਹਿੰਦੇ ਸੀ ਕਿ ਗੁਰੂ ਗੋਬਿੰਦ ਸਿੰਘ ਉਹਨਾਂ ਕੋਲ ਨੰਦੇੜ ਸਾਹਿਬ ਦੇ ਵਿੱਚ ਉਹਨਾਂ ਕੋਲ ਬੀੜ ਹੀ ਹੈ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ। ਤਾਂ ਇਹ ਇੱਕ ਬਹੁਤ ਵੱਡਾ ਹਾਰਡ ਜਿਹੜੀ ਆਰਗੂਮੈਂਟ ਆ, ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਮੈਨੂੰ ਤਾਂ ਇਹ ਮੈਂ ਪੁੱਛਣਾ ਚਾਹਾਂਗਾ ਇਕਬਾਲ ਸਿੰਘ ਢਿੱਲੋਂ ਹੋਣਾ ਨੂੰ, ਕਿ ਉਹਨਾਂ ਕੋਲ ਸੋਰਸ ਕੀ ਹੈ ਕਿ ਜਿਹੜਾ ਉਹ ਕਹਿੰਦੇ ਨੇ ਬੜੇ ਠੋਕ ਕੇ ਕਹਿ ਰਹੇ ਕਿ ਉਹਨਾਂ ਕੋਲ ਬੀੜ ਹੀ ਨਹੀਂ ਸੀਗੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਵੇਲੇ ਜਦੋਂ ਭਾਈ ਮਨੀ ਸਿੰਘ ਜੀ ਤੇ ਉੱਥੇ ਬਾਬਾ ਦੀਪ ਸਿੰਘ ਜੀ ਵੀ ਸੀਗੇ, ਜਿਨ੍ਹਾਂ ਤੋਂ ਇਹ ਜਿਹੜੀ ਹੈ ਬੀੜ ਲਿਖਵਾਈ ਹੈ, ਤੇ ਤੁਹਾਡਾ ਕੀ ਖਿਆਲ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਈ ਉਤਾਰੇ ਨਹੀਂ ਕਰਵਾਏ? ਗੁਰੂ ਗੋਬਿੰਦ ਸਿੰਘ ਜੀ ਨੇ ਉਤਾਰੇ ਨਹੀਂ ਕਰਵਾਏ? ਇਹ ਤਾਂ ਜ਼ਿੰਮੇਵਾਰੀ ਉਸ ਵੇਲੇ ਉਹਨਾਂ ਨੇ ਉੱਥੇ ਥਾਪੀ ਹੈ ਕਿ ਇਹਨਾਂ ਦੇ ਉਤਾਰੇ ਕਰਕੇ ਆਪਾਂ ਬੀੜਾਂ ਨੂੰ ਅੱਗੇ ਤੋਰਨਾ ਹੈ। ਜਿੱਥੇ ਕਿਤੇ ਵੀ ਸਿੱਖ ਪੋਪੂਲੇਸ਼ਨ ਰਹਿੰਦੀ ਹੈ ਉਹਨਾਂ ਤੱਕ ਉਸ ਵੇਲੇ ਤੱਕ ਸਿੱਖਾਂ ਦੀ ਗਿਣਤੀ ਸਿਗਨੀਫੀਕੈਂਟ ਨੰਬਰ ਦੇ ਵਿੱਚ ਵੱਧ ਚੁੱਕੀ ਸੀਗੀ, ਤੇ ਉਹਨਾਂ ਨੂੰ ਵੀ ਗੁਰਬਾਣੀ ਦੀ ਲੋੜ ਸੀ। ਸੋ ਇਹ ਤਾਂ ਹੋ ਨਹੀਂ ਸਕਦਾ ਵੀ ਜੇ ਗੁਰੂ ਗੋਬਿੰਦ ਸਿੰਘ ਜੀ ਆਪਣੀ ਮੈਮਰੀ ਦੇ ਨਾਲ, ਜਿਹੜਾ ਕਿ ਆਪਣੇ ਸਾਡੇ ਪ੍ਰਚਲਿਤ ਜੋ ਸਾਡਾ ਆਪਣਾ ਇੱਕ ਸਾਡਾ ਬਿਲੀਫ ਹੈ, ਸਾਡਾ ਵਿਸ਼ਵਾਸ ਹੈ ਕਿ ਜੇ ਉਹਨਾਂ ਨੇ ਆਪਣੇ ਮੈਮਰੀ ਦੇ ਨਾਲ ਆਪਣੀ ਜੋ ਉਹਨਾਂ ਨੂੰ ਯਾਦ ਸੀ ਉਹਦੇ ਆਧਾਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ
ਦਾ ਉਚਾਰਨ ਕੀਤਾ ਤੇ ਉਹਦੇ ਆਧਾਰ ਦੇ ਉੱਤੇ ਜਿਹੜੀ ਇਹ ਦਮਦਮੀ ਬੀੜ ਬਣੀ ਹੈ, ਜੋ ਉਸ ਵੇਲੇ ਜੋ ਗੁਰੂ ਗ੍ਰੰਥ ਸਾਹਿਬ ਰੂਪ ਦੇ ਵਿੱਚ ਦਮਦਮਾ ਸਾਹਿਬ ਦੇ ਵਿੱਚ ਆਈ ਹੈ। ਕਿ ਨੰਦੇੜ ਦੇ ਵਿੱਚ ਜਾ ਕੇ ਗੁਰੂ ਸਾਹਿਬ ਨਹੀਂ, ਉੱਥੇ ਤਾਂ ਕਿੰਨੇ ਦਿਨ ਰਹੇ ਨੇ, ਉੱਥੇ ਤਾਂ ਕਿੰਨੇ ਮਹੀਨੇ ਰਹੇ ਨੇ, ਤੇ ਉੱਥੇ ਨਹੀਂ ਜਾ ਕੇ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਦੁਬਾਰਾ ਲਿਖਵਾ ਲਿਆ ਹੋਏਗਾ। ਸੋ ਇਹ ਊਟ ਪਟਾਂਗ ਜੀਆਂ ਗੱਲਾਂ ਨੇ ਕਿ ਜੀ ਬੀੜ ਸੀ ਨਹੀਂ, ਤੇ ਡਜ਼ਨਟ ਮੈਟਰ ਬੀੜ ਸੀ ਕਿ ਨਹੀਂ ਸੀ ਬੀੜ, ਜੇ ਉਹਨਾਂ ਦਾ ਸ਼ਬਦ ਉਚਾਰਿਆ ਹੀ ਹੋਵੇ ਕਿ ਜੀ ਗੁਰੂ ਗ੍ਰੰਥ ਸਾਹਿਬ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ, ਜੇ ਅਸੀਂ ਇਹ ਮੰਨਦੇ ਹਾਂ ਕਿ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੇ ਬਾਬਾ ਬਕਾਲਾ ਕਹਿ ਦਿੱਤਾ, ਤੇ ਅਸੀਂ ਫਿਰ ਉਹ ਸਾਖੀ ਦੇ ਆਧਾਰ ਤੇ ਭੱਟਵਈਆਂ ਨੇ ਵੀ ਕਲੀਅਰ ਕੀਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਗੱਦੀ ਜਿਹੜੀ ਹੈ ਉਹ ਗੁਰੂ ਹਰਕ੍ਰਿਸ਼ਨ ਜੀ ਥਾਪ ਕੇ ਗਏ ਨੇ। ਤੇ ਤੁਹਾਨੂੰ ਨਹੀਂ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਬਣਾਇਆ ਤੇ ਉਹ ਜੀ ਨਹੀਂ, ਉੱਥੇ ਬੀੜ ਨਹੀਂ ਸੀਗੀ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਤਾਂ ਗੁਰੂ ਨਹੀਂ ਹੈ। ਇਹ ਇੱਕ ਬਿਨਾਂ ਆਧਾਰ ਤੋਂ ਕਹੀਆਂ ਗੱਲਾਂ ਨੇ, ਜਿਹਦਾ ਇਹਦਾ ਕੋਈ ਇਤਿਹਾਸਕ ਤੱਥ ਨਹੀਂ ਹੈ। ਜਿਹੜਾ ਸਾਡਾ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਇਹ ਸਾਡਾ ਇੱਕ ਪੂਰਾ ਵਿਸ਼ਵਾਸ ਹੈ। ਅਸੀਂ ਉਹ ਕਈ ਸੋਰਸਸ ਤੋਂ ਸਾਡੇ ਲਈ ਉਹ ਅਟਲ ਸੱਚ ਹੈ ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਹੁਣ ਜੇ ਕੋਈ ਬੰਦਾ ਕਹੇ ਜੀ ਉੱਥੇ ਕਿਉਂਕਿ ਫਿਜ਼ੀਕਲ ਫਾਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ ਸੀ, ਹਾਊ ਡਜ਼ ਹੀ ਨੋ, ਉਹਨਾਂ ਨੂੰ ਕਿੱਦਾਂ ਪਤਾ ਵੀ ਉੱਥੇ ਸੀ ਨਹੀਂ ਸੀ? ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਉੱਥੇ ਵਿਰਾਜਮਾਨ ਨੇ, ਕਿ ਉੱਥੇ ਦੁਬਾਰਾ ਗੁਰੂ ਗ੍ਰੰਥ ਸਾਹਿਬ ਨਹੀਂ ਬਣਵਾ ਸਕਦੇ, ਕਿ ਉੱਥੇ ਨਾਲ ਟਰਾਂਸਪੋਰਟ ਕਰਕੇ ਨਹੀਂ ਲੈ ਕੇ, ਇੰਨਾ ਸਮਾਨ ਉੱਥੇ, ਖੇਮਾ ਉੱਥੇ, ਸਾਰਾ ਸਮਾਨ ਉੱਥੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਰਾਜ ਦੀ ਸਹੂਲਤ ਲਈ ਸੀਗਾ, ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਭੀੜ ਨਹੀਂ ਹੋਏਗੀ। ਮੈਂ ਤੁਹਾਨੂੰ ਇੱਕ ਗੱਲ ਹੋਰ ਕਲੀਅਰ ਕਰ ਦੇਵਾਂ ਜੀ, ਗੁਰੂ ਪਾਤਸ਼ਾਹ ਨੇ ਜਾ ਕੇ ਕੀਰਤਪੁਰ ਸਾਹਿਬ ਦੇ ਵਿੱਚ ਵਾਸਾ ਕੀਤਾ, ਅਕਾਲ ਤਖਤ ਇੱਥੇ ਅੰਮ੍ਰਿਤਸਰ ਦੇ ਵਿੱਚ ਸੀ। ਡੂ ਯੂ ਨੋ ਕਿ ਤੁਹਾਡੇ ਦਰਸ਼ਕਾਂ ਨੂੰ ਸ਼ਾਇਦ ਇਸ ਗੱਲ ਦਾ ਨਾ ਪਤਾ ਹੋਵੇ ਕਿ ਇਸੇ ਅਕਾਲ ਤਖਤ ਦਾ ਹੂਬਹੂ ਰੂਪ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕੀਰਤਪੁਰ ਦੇ ਵਿੱਚ ਬਣਾਇਆ ਸੀ, ਵੀ ਜਿੱਥੇ ਵੀ ਗੁਰੂ ਹੈ ਉੱਥੇ ਗੁਰੂ ਉਸ ਚੀਜ਼ ਨੂੰ, ਜਿਹੜਾ ਉਹਦਾ ਆਰਡਰ ਹੈ, ਜੋ ਉਹਦਾ ਸਿਸਟਮ ਹੈ, ਉਹਨੂੰ ਐਸਟੈਬਲਿਸ਼ ਕਰ ਸਕਦਾ ਹੈ। ਇਸੇ ਰੂਪ ਦੇ ਵਿੱਚ ਅਕਾਲ ਤਖਤ ਤੁਸੀਂ ਜਾ ਕੇ ਕੀਰਤਪੁਰ ਸਾਹਿਬ ਦੇ ਵਿੱਚ ਦੇਖ ਸਕਦੇ ਹੋ, ਜਿੱਥੇ ਗੁਰੂ ਸਾਹਿਬਾਨ ਰਹੇ ਤੇ ਗੁਰੂ ਸਾਹਿਬ ਜੀ ਨੇ ਆਪਣਾ ਨਿਆਂ ਦਾ ਜਿਹੜਾ ਪ੍ਰਗਟਾਵਾ ਉੱਥੇ ਕੀਤਾ, ਸਾਰਾ ਸਿਸਟਮ ਉੱਥੇ ਕੀਤਾ। ਸੋ ਇਹੀ ਗੁਰੂ ਸਾਹਿਬਾਨ ਦੀ ਖੂਬੀ ਸੀ ਵੀ ਉਹਨਾਂ ਨੇ ਹਰ ਸਿਸਟਮ ਨੂੰ ਇੱਕ ਤਰਤੀਬ ਦੇ ਨਾਲ ਹਰ ਗੱਲ ਨੂੰ ਪੇਸ਼ ਕੀਤਾ। ਜੀ ਜੀ ਡਾਕਟਰ ਰਾਜਵੰਤ ਜੀ, ਬਹੁਤ ਬਹੁਤ ਸ਼ੁਕਰੀਆ। ਬਹੁਤ ਸਾਰੀਆਂ ਵਿਚਾਰ ਚਰਚਾਵਾਂ ਕੀਤੀਆਂ, ਕਈ ਸਾਰੇ ਅਹਿਮ ਮੁੱਦਿਆਂ ਤੇ ਆਪਾਂ ਅੱਜ ਗੱਲਬਾਤ ਕੀਤੀ ਹੈ। ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਵੀ ਚੰਗੀ ਲੱਗੂਗੀ। ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਵਿਚਾਰ ਆਪਣੇ ਰੱਖ ਸਕਦੇ ਹੋ, ਜਿੰਨੇ ਜਣੇ ਵੀ ਦੇਖ ਰਹੇ ਹੋ। ਬਰਾਊਜ਼ ਦਿੱਲੀ ਟੀਵੀ ਨੂੰ ਇਸੇ ਤਰੀਕੇ ਪਿਆਰ ਦਿੰਦੇ ਰਹੋ। ਧੰਨਵਾਦ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੁੜਨ ਵਾਸਤੇ। ਧੰਨਵਾਦ ਕਰਨਾ ਚਾਹਾਂਗਾ ਕਿ ਤੁਸੀਂ ਇਸ ਗੱਲ ਨੂੰ ਜ਼ਰੂਰੀ ਸਮਝਿਆ ਕਿ ਸਾਡੀ ਗੱਲ, ਜਿਹੜਾ ਸਾਡਾ ਪੱਖ ਹੈ, ਉਹ ਦਰਸ਼ਕਾਂ ਤੱਕ ਪਹੁੰਚੇ। ਤੇ ਇਸ ਤੋਂ ਅੱਗੇ ਵੀ ਜੇ ਕੋਈ ਹੋਰ ਕਲੈਰੀਫਿਕੇਸ਼ਨ ਚਾਹੀਦੀ ਹੈ, ਜੋ ਹੋਰ ਇਹਨੂੰ ਕਲੀਅਰ ਕਰਕੇ ਦੱਸਣ ਦੀ ਲੋੜ ਹੈ, ਲੋਕਾਂ ਨੂੰ ਸਮਝਾਉਣ ਦੀ ਲੋੜ ਹੈ, ਤੇ ਦਾਸ ਹਾਜ਼ਰ ਹੈ। ਕਿਉਂਕਿ ਮੈਂ ਇਹ ਵੀ ਕਲੇਮ ਕਰਦਾ ਕਿ ਮੈਂ ਵੀ ਕੋਈ ਹਲੇ, ਆਪਾਂ ਸਾਰੇ ਮੈਂ ਕਮ ਸੇ ਕਮ ਆਪਣੇ ਆਪ ਨੂੰ ਸਟੂਡੈਂਟ ਮੰਨਦਾ, ਮੈਂ ਹਲੇ ਕੋਈ ਟੀਚਰ ਨਹੀਂ ਹੈਗਾ। ਅਸੀਂ ਵੀ ਸਟੱਡੀ ਕਰ ਰਹੇ ਹਾਂ, ਅਸੀਂ ਵੀ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਮਾਤਮਾ ਨੂੰ ਗੁਰੂ ਮੰਨਿਆ, ਫਿਰ ਉਹਨਾਂ ਨੇ ਗੁਰੂ ਦਾ ਕਨਸੈਪਟ ਦਿੱਤਾ ਵੀ ਗੁਰੂ ਦੇ ਕਨਸੈਪਟ ਨੂੰ ਗੁਰਬਿਨ ਘੋਰ ਅੰਧਾਰ, ਹਾਂਜੀ, ਬਾਜ ਗੁਰੂ ਡੁੱਬਾ ਸੰਸਾਰ। ਫਿਰ ਉਸ ਨੂੰ ਸ਼ਬਦ ਗੁਰੂ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵੀ ਪ੍ਰਗਟ ਕੀਤੇ ਨੇ। ਉਸ ਨੂੰ ਜਿਹੜਾ ਅੱਗੇ ਤੋਰਨ ਵਾਲਾ ਗੁਰੂ ਪੰਥ ਹੈ, ਇਹ ਇੱਕ ਬੜਾ ਕਲੀਅਰ ਤਰਤੀਬਵਾਰ ਸਿਸਟਮ ਪੇਸ਼ ਕੀਤਾ ਗਿਆ ਹੈ ਦੁਨੀਆ ਦੇ ਵਿੱਚ। ਇਹਦੇ ਬਾਰੇ ਜੇ ਕਿਸੇ ਨੂੰ ਕੋਈ ਸ਼ੰਕਾ ਹੋਵੇ, ਕੋਈ ਸਵਾਲ ਹੋਵੇ, ਦਾਸ ਹਮੇਸ਼ਾ ਹਾਜ਼ਰ ਹੈ ਜੀ। ਧੰਨਵਾਦ ਸਰ।